ਅਮਰੀਕਾ ਦੇ ਵਿੱਚ ਰਾਸ਼ਟਰਪਤੀ ਦਾ ਸਵਾਲ, ਉਹ 2 ਵਾਰ ਚੁਣਿਆ ਜਾਂਦਾ ਤੇ 2 ਵਾਰ ਤੋਂ ਵੱਧ ਕਹਿੰਦਾ ਬਹੁਤ ਹੈ ਯਾਰ, ਹੁਣ ਕੋਈ ਨਵੇਂ ਨੂੰ ਆਓ। ਸਾਡੇ ਤਾਂ ਮਰਦੇ ਦਮ ਤੱਕ ਕੋਈ ਲੈਂਦਾ ਹੀ ਨਹੀਂ ਹੈ। ਜਿਹਨੂੰ ਮਰਜ਼ੀ ਸਰਪੰਚ ਬਣਾ ਦਿਓ, ਜੇ ਉੱਥੇ ਨਾ ਇੱਧਰ ਉੱਧਰ ਹੋਵੇ ਤਾਂ ਚੱਲੀ ਜਾਂਦਾ ਕੰਮ ਉਸੇ ਤਰੀਕੇ ਦੇ ਨਾਲ। ਕਿਸੇ ਪਾਰਟੀ ਦਾ ਪ੍ਰਧਾਨ ਬਣਾ ਦਿਓ। ਐਤਕੀ ਵੀ ਕਹਿੰਦੇ ਨੇ ਪ੍ਰਕਾਸ਼ ਸਿੰਘ ਬਾਦਲ ਹੋਣੀ 90 ਸਾਲ ਤੋਂ ਉੱਪਰ ਹੋ ਗਏ ਨੇ, ਵੀ ਸ਼ਾਇਦ ਉਹਨਾਂ ਨੂੰ ਮੂਹਰੇ ਲਾਉਣਾ ਪਵੇ ਅਗਲੇ ਮੁੱਖ ਮੰਤਰੀ ਦੇ ਤੌਰ ਤੇ। ਅਮਰਿੰਦਰ ਸਿੰਘ ਨੇ ਪਹਿਲਾਂ ਵੋਟਾਂ ਲਈਆਂ ਸੀ ਇਹ ਕਹਿ ਕੇ ਕਿ ਮੇਰੀ ਲਾਸਟ ਚੋਣ ਹੈ, ਐਤਕੀ ਫਿਰ ਤਿਆਰ ਹੋ ਗਏ ਸੀ। ਹੁਣ ਤੁਸੀਂ ਜਿਹੜੀ ਵੀ ਮਰਜ਼ੀ ਪਾਰਟੀ ਦੇਖਦੇ ਹੋ, ਇੱਥੇ ਇੱਕ ਇਕੱਠ ਹੁੰਦਾ ਅਕਾਲੀ ਦਲ ਦੇ ਡੈਲੀਗੇਟਾਂ ਦਾ, ਉਹ ਕਹਿੰਦੇ ਜੀ ਸਾਰੇ ਅਧਿਕਾਰ ਪਾਰਟੀ ਪ੍ਰਧਾਨ ਨੂੰ ਦੇਤੇ, ਇਹ ਜਿਹੜੀ ਮਰਜ਼ੀ ਕਮੇਟੀ ਚੁਣ ਲੈਣ। ਇਸੇ ਤਰ੍ਹਾਂ ਕਾਂਗਰਸੀਆਂ ਦਾ ਹੁੰਦਾ, ਉਹ ਕਹਿੰਦੇ ਸਾਰੇ ਅਧਿਕਾਰ ਸੋਨੀਆ ਗਾਂਧੀ ਨੂੰ ਦੇਤੇ। ਜਿਵੇਂ ਚੀਫ ਮਿਨਿਸਟਰ ਨਿਕਲਿਆ ਟੈਲੀਫੋਨ ਚੋਂ, ਲੋਕਾਂ ਦੇ ਇਲੈਕਸ਼ਨ ਚੋਂ ਥੋੜ੍ਹੀ ਨਿਕਲਦਾ। ਲੋਕਾਂ ਇਲੈਕਸ਼ਨ, ਜੇ ਤੁਸੀਂ ਐਮਐਲਏ ਚੁਣੇ ਨੇ, ਬਲਾਕ ਦੇ ਜ਼ਿਲ੍ਹਿਆਂ ਦੇ ਡੈਲੀਗੇਟ ਚੁਣੇ ਨੇ, ਤਾਂ ਵੋਟਾਂ ਪਵਾ ਲਓ। ਜਿਹਨੂੰ ਬਹੁਤੀਆਂ ਵੋਟਾਂ ਪੈਣ ਉਹ ਤੁਹਾਡਾ ਲੀਡਰ ਬਣ ਜੇ, ਕੀ ਹਰਜ ਹੈ ਜੀ ਇਹਦੇ 'ਚ? ਕੀ ਮਾੜਾ ਕੀ? ਤਾਂ ਹੀ ਉਹ ਸਭ ਤੋਂ ਪਸੰਦੀਦਾ ਹੋਊਗਾ। ਇਹ ਕਾਨੂੰਨੀ ਬਾਈਂਡਿੰਗ ਹੋਣੀ ਚਾਹੀਦੀ ਹੈ। ਕੋਈ ਮਤੇ ਸਤੇ ਪਾ ਕੇ ਕਿ ਫਲਾਣੇ ਨੂੰ ਦੇਤਾ ਰਾਈਟ, ਫਲਾਣੇ ਨੂੰ ਵੋਟਾਂ ਪਵਾਓ ਜੀ। ਚੰਨੀ ਸਾਹਿਬ ਲੋਕਾਂ ਦੀ ਪਸੰਦ ਨੇ ਕਿ ਜਿਹੜੇ ਐਮਐਲਏ ਨੇ ਜਾਂ ਮਿਨਿਸਟਰ ਨੇ ਕੈਬਨਿਟ ਜਿਹੜੇ ਪੰਜਾਬ ਦੇ, ਉਹਨਾਂ ਦੀ ਪਸੰਦ ਹੈ? ਨਹੀਂ, ਇਹ ਤਾਂ ਸਭ ਨੂੰ ਪਤਾ ਕਿਸੇ ਦੀ ਪਸੰਦ ਨਹੀਂ ਸੀਗੇ। ਪਹਿਲਾ ਪਸੰਦ ਤਾਂ 40 ਬੰਦਿਆਂ ਨੇ ਜਾਖੜ ਦੇ ਪੱਖ 'ਚ ਵੋਟ ਪਾਈ। ਚੰਨੀ ਤੀਜੇ ਚੌਥੇ ਨੰਬਰ ਤੇ ਸੀ ਜਿਹਦੇ ਵੋਟ ਪਾਈ। ਨਵਜੋਤ ਸਿੱਧੂ ਜਿਹੜਾ ਉਹ ਵੀ ਬਹੁਤ ਪਿੱਛੇ ਸੀ ਜਿਹਦੇ ਪੱਖ 'ਚ। ਜੇ ਤੁਸੀਂ ਐਮਐਲਏ ਤੋਂ ਪੁੱਛਦੇ ਹੋ ਤਾਂ ਫਿਰ ਉਹਨਾਂ ਦੇ ਥਰੂ ਕਰਦੇ। ਚੋਣਾਂ ਆਉਂਦੀਆਂ ਪਈਆਂ ਨੇ, ਐਮਐਲਏ ਤਾਂ ਲੋਕਾਂ ਨੇ ਚੁਣੇ ਵੋਟ ਪਾ ਕੇ, ਫਿਰ ਮੁੱਖ ਮੰਤਰੀ ਉਹੀ ਐਮਐਲਏ ਚੁਣਦੇ ਨੇ ਕਿ ਇਹ ਵੀ ਲੋਕਾਂ ਨੂੰ ਰਾਈਟ ਹੋਣਾ ਚਾਹੀਦਾ ਵੀ ਸਾਡਾ ਮੁੱਖ ਮੰਤਰੀ ਉਹ ਹੋਊਗਾ। ਸਾਡੇ ਪਾਰਟੀ ਪਹਿਲਾਂ ਭੇਜਦੀ ਆ ਸਾਡਾ ਮੁੱਖ ਮੰਤਰੀ ਹੈ, ਇਹਦੇ ਨਾਲ ਜੋੜੇ ਹੋਏ ਆ ਤੁਹਾਡੇ ਐਮਐਲਏ। ਜਿਹੜੇ ਬੰਦੇ ਐਮਐਲਏ ਚੁਣੇਗੇ ਜਾਂ ਲੋਕਾਂ ਨੇ ਜਿਹਨੂੰ ਐਮਐਲਏ ਨੂੰ ਚੁਣਿਆ, ਉਹਨਾਂ ਨੂੰ ਥੋੜ੍ਹੀ ਪਤਾ ਕੁਛ ਵੀ ਕਿਹਦਾ ਬਣਾ। ਤੁਸੀਂ ਤਾਂ ਪਹਿਲਾਂ ਹੀ ਭੇਜਤਾ। ਇਹ ਕਿਹੜੀ ਡੈਮੋਕ੍ਰੇਸੀ ਹੈ? 60 ਜਾਂ 58 ਸਾਲ ਦੀ ਉਮਰ ਵਿੱਚ ਜਾ ਕੇ ਇੱਕ ਸਰਕਾਰੀ ਮੁਲਾਜ਼ਮ ਰਿਟਾਇਰ ਹੋ ਜਾਂਦਾ ਹੈ। ਸਿਆਸਤਦਾਨ ਰਿਟਾਇਰਮੈਂਟ ਕਿਉਂ ਨਹੀਂ ਲੈਂਦੇ? 90 ਸਾਲ 80 ਸਾਲ ਤੱਕ ਚੋਣਾਂ ਲੜਦੇ ਨੇ। ਕਿਹਾ ਜਾਂਦਾ ਵੀ 58 ਸਾਲ ਤੋਂ ਬਾਅਦ ਵਿਅਕਤੀ ਕੰਮ ਨਹੀਂ ਕਰ ਸਕਦਾ ਸਰਕਾਰੀ ਸਿਸਟਮ ਦੇ ਵਿੱਚ। ਉਹ ਉਸਦੀ ਸਿਹਤ ਨੂੰ ਲੈ ਕੇ ਜਾਂ ਹੋਰ ਹਵਾਲੇ ਦਿੱਤੇ ਜਾਂਦੇ ਨੇ। ਫਿਰ ਇੱਕ ਲੀਡਰ ਹੀ ਕਿਉਂ? ਕਿ ਲੀਡਰ ਵਾਕਈ ਕੰਮ ਕਰ ਸਕਦਾ 60 ਸਾਲ ਦੀ ਉਮਰ ਤੋਂ ਬਾਅਦ? ਔਰ ਗੇਮ ਇਹ ਹੈ ਕਿ ਜਿਹੜੀ ਗੱਦਿਆਂ ਤੇ ਖੇਡੀ ਜਾਣ ਵਾਲੀ ਕੁਸ਼ਤੀ ਤੇ ਮਿੱਟੀ 'ਚ ਖੇਡੀ ਜਾਣ ਵਾਲੀ ਕੁਸ਼ਤੀ 'ਚ ਫਰਕ ਹੈ। ਗੱਦਿਆਂ ਵਾਲੀ ਤੇ ਗਰੀਬ ਆਦਮੀ ਹਾਰ ਜਾਂਦੇ ਨੇ, ਉਹਨਾਂ ਨੂੰ ਗੱਦਿਆਂ ਵਾਲੇ ਨਹੀਂ ਮਿਲਦੇ ਮੈਦਾਨ ਬਹੁਤੀ ਵਾਰੀ। ਐਸਟ੍ਰੋਟਰੈਪ ਤੇ ਖੇਡੀ ਜਾਣ ਵਾਲੀ ਹਾਕੀ ਤੇ ਮੈਦਾਨ 'ਚ ਦੂਜੇ 'ਚ ਖੇਡੀ ਜਾਣ ਵਾਲੀ ਹਾਕੀ 'ਚ ਫਰਕ ਹੈ। ਗਰੀਬ ਮੁਲਕ ਉਹ 'ਚ ਹਾਰਨਾ ਸ਼ੁਰੂ ਕਰ ਦਿੰਦੇ ਨੇ ਕਿਉਂਕਿ ਉਹਨਾਂ ਨਹੀਂ ਤੁਹਾਡੇ ਕੋਲ ਹੁੰਦਾ। ਇਸੇ ਤਰ੍ਹਾਂ ਚੋਣ ਪ੍ਰਣਾਲੀ ਦੇ ਵਿੱਚ ਜਿਹੜਾ ਨਿਯਮ ਖੇਡ ਦਾ ਬਣਾਇਆ ਹੋਇਆ, ਇਹ 'ਚ ਗਰੀਬ ਆਦਮੀ, ਛੋਟੀਆਂ ਧਿਰਾਂ ਸਭ, ਜਿਵੇਂ ਮੇਲੇ 'ਚ ਚੱਕੀ ਰੌਣੇ ਨੂੰ ਕੋਈ ਨਹੀਂ ਪੁੱਛਦਾ, ਤੇ ਉਹਨਾਂ ਦੇ ਵਿੱਚ ਅਖਬਾਰ ਖਰੀਦੇ ਜਾਂਦੇ ਨੇ, ਉਹਦੇ 'ਚ ਮੀਡੀਆ ਖਰੀਦਿਆ ਜਾਂਦਾ, ਉਹਦੇ ਜਿੰਨਾ ਪੈਸਾ ਇਨਵੈਸਟ ਹੁੰਦਾ ਉਹ ਹੁੰਦਾ, ਦੂਜੇ ਦੀ ਗੱਲ ਹੀ ਹੋਣੀ ਬੰਦ ਹੋ ਜਾਂਦੀ ਹੈ। ਕਿ ਵਾਕਈ ਜਿਸ ਉੱਪਰ ਐਫਆਈਆਰ ਦਰਜ ਹੈ ਜਾਂ ਜਿਸ ਉੱਪਰ ਕੇਸ ਚੱਲਦਾ ਪਿਆ, ਕਿ ਚੋਣ ਸੁਧਾਰ ਵਿੱਚ ਇਹ ਵੀ ਹੈਗਾ ਵੀ ਉਹ ਵਿਅਕਤੀ ਚੋਣ ਨਹੀਂ ਲੜ ਸਕਦਾ? ਜਿਹਨੂੰ 2 ਸਾਲ ਤੋਂ ਵੱਧ ਦੀ ਸਜ਼ਾ ਹੋਈ, ਕੈਦ ਕੱਟੀ ਹੋਈ ਹੈ ਕਿਸੇ ਕੇਸ 'ਚ, ਜੇ ਉਹਦੇ ਤੇ ਪਰਚਾ ਦਰਜ ਹੈ, ਜੇ ਮੁਕੱਦਮਾ ਚੱਲ ਰਿਹਾ, ਸਜ਼ਾ ਨਹੀਂ ਹੋਈ, ਉਹ ਲੜ ਸਕਦਾ ਚੋਣ। ਸਾਡੇ ਇਹੀ ਸਮੱਸਿਆ ਅਸਲ ਦੇ ਵਿੱਚ ਉਹ ਲੜ ਰਹੇ ਨੇ। 37% ਪਾਰਲੀਮੈਂਟ ਦੇ ਜਿਹੜੇ 37% ਐਮਪੀ ਨੇ, ਉਹਨਾਂ ਤੇ ਕੋਈ ਨਾ ਕੋਈ ਅਪਰਾਧਿਕ ਮੁਕੱਦਮਾ ਹੈ। ਬਹੁਤਿਆਂ ਤੇ ਉਹਨਾਂ 'ਚੋਂ ਕਿੰਨਿਆਂ 'ਚ ਸੰਗੀਨ ਜੁਰਮ ਨੇ, ਬਲਾਤਕਾਰ ਵਰਗੇ ਔਰ ਡਕੈਤੀ ਵਰਗੇ, ਕਤਲ ਵਰਗੇ ਇਹੋ ਜਿਹੇ ਜੁਰਮ ਵੀ ਨੇ। ਤੇ ਜਦੋਂ ਉਹ ਬੰਦੇ ਹੁਣ ਪਾਰਲੀਮੈਂਟ 'ਚ ਬੈਠਦੇ ਨੇ ਜਾਂ ਵਿਧਾਨ ਸਭਾਵਾਂ ਦੇ ਵਿੱਚ ਬੈਠਦੇ ਨੇ, ਤਾਂ ਲਾਜ਼ਮੀ ਹੈ ਉਹਦੇ ਤੋਂ ਕੀ ਉਮੀਦ ਕੀਤੀ ਜਾਏਗੀ? ਚੋਣ ਪ੍ਰਕਿਰਿਆ ਇੰਨੀ ਮਹਿੰਗੀ ਹੋ ਗਈ ਕਿ ਆਮ ਬੰਦਾ ਉਹ 'ਚ ਦਖਲ ਨਹੀਂ ਦੇ ਸਕਦਾ। ਦੂਜੀ ਗੱਲ, ਹੁਣ ਇਹ 'ਚ ਇੰਨੀ ਗੁੰਡਾਗਰਦੀ ਸ਼ਾਮਲ ਹੋ ਗਈ ਕਿ ਆਮ ਬੰਦਾ ਉਹ ਨਹੀਂ ਕਰ ਸਕਦਾ। ਤੀਜੀ ਗੱਲ ਇਹ ਹੈ ਕਿ ਪਾਰਟੀਆਂ ਐਂਟੀ ਡਿਫੈਕਸ਼ਨ ਲਾ ਤੋਂ ਬਾਅਦ ਪਾਰਟੀ ਪ੍ਰਧਾਨ ਇੰਨੇ ਮਜ਼ਬੂਤ ਹੋ ਗਏ ਕਿ ਆਮ ਬੰਦਾ ਜਿਹੜਾ ਟਿਕਟ ਦਾ ਦਾਅਵੇਦਾਰ ਹੈ ਜਾਂ ਬਾਕੀ, ਉਹਨੂੰ ਟਿਕਟ ਦੇਣੀ ਜਾਂ ਨਹੀਂ ਦੇਣੀ ਇਹ ਉਹ ਤੈਅ ਕਰਦਾ। ਹੁਣ ਲੋਕ ਤੈਅ ਨਹੀਂ ਕਰਦੇ ਵੀ ਕੀ ਲੋਕਾਂ ਦੇ ਕਹਿਣ ਉੱਤੇ ਕਿਸੇ ਵਿਅਕਤੀ ਨੂੰ ਟਿਕਟ ਦਿੱਤੀ ਜਾਂਦੀ ਹੈ ਕਿ ਪਾਰਟੀ ਦੇ ਪ੍ਰਧਾਨ ਦੇ ਕਹਿਣ ਉੱਤੇ ਉਸ ਵਿਅਕਤੀ ਨੂੰ ਟਿਕਟ ਦਿੱਤੀ ਜਾਂਦੀ ਹੈ? ਹੁਣ ਟਿਕਟ ਦਾ ਦਾਅਵੇਦਾਰ ਜਿਹੜਾ ਅਮੀਰ ਬੰਦਾ ਜਾਂਦਾ, ਉਹ ਕਹਿੰਦਾ ਟਿਕਟ ਦੇ ਦਿਓ ਜੀ। ਕਹਿੰਦਾ ਕਿੱਥੋਂ? ਕਹਿੰਦਾ ਜਿੱਥੋਂ ਮਰਜ਼ੀ ਦੇ ਦਿਓ। ਕੰਮ ਥੋੜ੍ਹੀ ਕਰਨਾ ਲੋਕਾਂ ਲਈ, ਨਾ ਲੋਕਾਂ ਲਈ ਜਵਾਬ ਦੇ ਰਹਿਣਾ। ਪਾਰਟੀ ਨੇ ਟਿਕਟ ਦੇਣੀ ਹੈ, ਉੱਥੇ ਜਾ ਕੇ ਪਾਰਟੀ ਦਬਦਬੇ ਤੇ ਪੈਸੇ ਦੇ ਜ਼ੋਰ ਤੁਸੀਂ ਜਿੱਤਣਾ। ਜਿਹੜੇ ਵਿਅਕਤੀ ਕਰਪਟ ਹੋਣਗੇ, ਜਿਨ੍ਹਾਂ ਉੱਤੇ ਕੇਸ ਹੋਣਗੇ, ਕਿ ਪੰਜਾਬ ਦੇ ਲੋਕ ਵੋਟ ਕਰਨਗੇ ਜਾਂ ਨਹੀਂ ਕਰਨਗੇ? ਇਹ ਸਵਾਲ ਸਭ ਤੋਂ ਅਹਿਮ ਹੈ। ਤੁਸੀਂ ਉਹ ਮੁਕਾਬਲੇ 'ਚੋਂ ਹੀ ਬਾਹਰ ਕਰ ਦਿੱਤੇ ਹੋਏ ਨੇ ਲੋਕ। ਜਿਹੜੇ ਬਾਕੀ ਨੇ, ਜਿਹੜੇ ਖੜੇ ਹੋਣੇ ਚਾਹੁੰਦੇ ਨੇ, ਉਹਦੀ ਮੀਡੀਆ ਕੋਈ ਖਬਰ ਨਹੀਂ ਛਾਪਦਾ, ਉਹਦੀ ਕਿਤੇ ਲੋਕਾਂ 'ਚ ਕੋਈ ਗੱਲ ਨਹੀਂ, ਉਹਦੇ ਕੋਲ ਗੱਡੀਆਂ ਨਹੀਂ, ਉਹਦੇ ਕੋਲ ਪੈਟਰੋਲ ਲਿਜਾਣ ਲਈ ਪੈਸੇ ਨਹੀਂ, ਲੋਕਾਂ 'ਚ ਤਾਮ ਝਾਮ ਨਹੀਂ ਹੈ, ਤਾਂ ਉਹ ਕਿਵੇਂ ਲੜੂਗਾ ਚੋਣ? ਅਮੀਰ ਵਿਅਕਤੀ ਵੋਟ ਨਹੀਂ ਕਰਦਾ, ਇਹ ਗਰੀਬ ਤਬਕਾ ਵੋਟ ਕਿਉਂ ਜ਼ਿਆਦਾ ਕਰਦਾ? ਜਾਂ ਅਮੀਰ ਵਿਅਕਤੀ ਨੂੰ ਪਤਾ ਹੁੰਦਾ ਵੀ ਮੈਂ ਵੋਟ ਕਰਕੇ ਕਰਨਾ ਕੀ ਹੈ, ਚੱਲਣਾ ਤਾਂ ਮੇਰੇ ਹਿਸਾਬ ਨਾਲ ਹੀ ਹੈ। ਜਿਹੜਾ ਹੈਗਾ ਅਮੀਰ ਆਦਮੀ, ਉਹਨੂੰ ਪਤਾ ਹੈ ਕਿ ਇੱਥੇ ਵੋਟ ਦਾ ਕੋਈ ਮੁੱਲ ਨਹੀਂ ਹੈ। ਉਸ ਪੱਧਰ ਦੇ ਉੱਤੇ ਵੋਟ ਦੇ ਲਿਹਾਜ਼ ਨਾਲ ਫੈਸਲੇ ਨਹੀਂ ਹੁੰਦੇ। ਫੈਸਲੇ ਇੱਥੇ ਕਰਪਸ਼ਨ ਦੇ ਜ਼ਰੀਏ ਹੁੰਦੇ ਨੇ, ਫੈਸਲੇ ਇੱਥੇ ਦੂਜੀ ਪਾਵਰ ਨੂੰ ਦੇਖ ਕੇ ਹੁੰਦੇ ਨੇ। ਉਹ ਆਪਣੇ ਕੋਲ ਹੈਗੀ ਹੈ, ਆਪਾਂ ਉਹਨੂੰ ਫੰਡ ਦੇ ਦਾਂਗੇ ਜ਼ਿਆਦਾ, ਆਪੀ ਆਪਣੇ ਕੋਲ ਆਊਗਾ। ਅਮਰਿੰਦਰ ਸਿੰਘ ਨੂੰ ਕਹਿ ਦਿੱਤਾ ਗਿਆ ਕਿ ਸਾਡੀ ਪਾਰਟੀ ਭਾਈ ਤੇਰੇ ਨਾਲ ਨਹੀਂ ਹੁਣ ਹੈ, ਬਹੁ ਗਿਣਤੀ, ਅਸਤੀਫਾ ਦੇਣਾ ਪਿਆ ਨਾ।
ਇਹ ਰਾਈਟ ਟੂ ਰੀਕਾਲ ਹੀ ਹੈ, ਪਰ ਇਹ ਹੱਕ ਪਾਰਟੀ ਨੂੰ ਜਾਂ ਚੁਣੇ ਗਏ MLA ਤੱਕ ਸੀਮਤ ਹੈ। ਇਹ ਹੱਕ ਹੇਠਾਂ ਦੇ ਦਿਓ ਲੋਕਾਂ ਨੂੰ ਜਿਨ੍ਹਾਂ ਨੇ ਤੁਹਾਨੂੰ ਓਰੀਜਨਲੀ ਚੁਣਿਆ, ਆਪੋ ਆਪਣਾ ਬੰਦਾ ਵਾਪਸ ਬੁਲਾਉਣ ਦਾ। ਫਿਰ ਡੈਮੋਕ੍ਰੇਸੀ ਮਜ਼ਬੂਤ ਹੋਊਗੀ ਜਾਂ ਬਾਕੀ ਡੈਮੋਕ੍ਰੇਸੀ ਮਜ਼ਬੂਤ ਹੁੰਦੀ ਹੈ। ਸੰਨ 2022 ਦੇ ਵਿੱਚ ਚੋਣਾਂ ਤੋਂ ਪਹਿਲਾਂ ਹੀ ਇੱਕ ਸਵਾਲ ਬਹੁਤ ਅਹਿਮ ਹੈ ਕਿ ਚੋਣ ਸੁਧਾਰਾਂ ਨੂੰ ਲੈ ਕੇ ਸਰਕਾਰ ਜੇ ਨੋਟੀਫਿਕੇਸ਼ਨ ਜਾਂ ਕਮਿਸ਼ਨ ਬਣਾਉਂਦੀ ਹੈ ਕਿ ਵਾਕਈ ਉਹ ਅਮਲ ਹੋ ਜਾਂਦੇ ਨੇ, ਕਿ ਸਿਸਟਮ ਇੰਨਾ ਸਹੀ ਚੱਲਦਾ ਪਿਆ ਕਿ ਆਮ ਵਿਅਕਤੀ ਵੀ ਚੋਣ ਲੜ ਸਕਦਾ ਹੈ। MLA 40 ਲੱਖ ਰੁਪਏ ਤੱਕ ਚੋਣ ਵਿੱਚ ਖਰਚ ਕਰ ਸਕਦਾ ਹੈ, MP 70 ਲੱਖ ਚੋਣ ਵਿੱਚ ਖਰਚ ਕਰ ਸਕਦਾ ਹੈ, ਕਿ ਇਹ ਸਿਸਟਮ ਦੇ ਵਿੱਚ ਆਮ ਵਿਅਕਤੀ ਚੋਣਾਂ ਲੜ ਸਕਦਾ ਹੈ। ਚੋਣਾਂ ਨੂੰ ਲੈ ਕੇ ਸਮੇਂ-ਸਮੇਂ ਉੱਤੇ ਨੋਟੀਫਿਕੇਸ਼ਨ ਆਉਂਦੇ ਨੇ, ਸਮੇਂ-ਸਮੇਂ ਤੇ ਮੀਟਿੰਗਾਂ ਵੀ ਹੁੰਦੀਆਂ ਨੇ। ਭਾਰਤ ਸਰਕਾਰ ਦੀ ਗੱਲ ਕਰ ਲਈਏ, ਪੰਜਾਬ ਦੀ ਗੱਲ ਕਰ ਲਈਏ, ਪਰ ਚੋਣਾਂ ਵਿੱਚ ਸੁਧਾਰ ਕਿਉਂ ਨਹੀਂ ਹੋ ਰਿਹਾ? ਆਪਾਂ ਇਸ ਉੱਪਰ ਚਰਚਾ ਕਰਾਂਗੇ। ਜੋ ਆਮ ਲੋਕ ਦੇਖਦੇ ਪਏ ਨੇ, ਜਿਹੜੇ ਆਮ ਵਿਅਕਤੀ ਇਸ ਸਮੇਂ ਇੰਟਰਵਿਊ ਸੁਣਦੇ ਪਏ ਨੇ, ਇੱਕ ਸਵਾਲ ਉਹਨਾਂ ਨੂੰ ਵੀ ਹੈ ਕਿ ਵਾਕਈ ਚੋਣਾਂ ਨੂੰ ਲੈ ਕੇ ਜਾਂ ਵੋਟਾਂ ਨੂੰ ਲੈ ਕੇ ਉਹਨਾਂ ਨੂੰ ਵੀ ਪਤਾ ਹੈ ਵੀ ਅਸੀਂ ਕਿਹੜਾ ਕੈਂਡੀਡੇਟ ਚੁਣਨਾ ਹੈ, ਕਿ ਉਹ ਵਾਕਈ ਇੱਕ ਦੂਜੇ ਦੇ ਕਹਿਣ ਦੇ ਉੱਤੇ ਵੋਟਾਂ ਪਾਉਂਦੇ ਨੇ। ਵੋਟ ਪਾਉਣਾ ਤੁਹਾਡਾ ਅਧਿਕਾਰ ਹੈ, ਜਿਸ ਨੂੰ ਮਰਜ਼ੀ ਪਾਓ, ਪਰ ਆਪਣਾ ਜੋ ਵੀ ਸਿਆਸਤਦਾਨ ਹੈ ਸੋਚ ਸਮਝ ਕੇ ਚੁਣੋ। ਹੁਣ ਸਵਾਲ ਅਗਲਾ ਕਿ ਵਾਕਈ ਹੀ ਜਿਹੜੇ ਅਮੀਰ ਲੋਕ ਨੇ ਉਹ ਵੋਟ ਜ਼ਿਆਦਾ ਕਰਦੇ ਨੇ ਜਾਂ ਗਰੀਬ ਲੋਕ ਜ਼ਿਆਦਾ ਵੋਟ ਕਰਦੇ ਨੇ? ਇਹ ਵੀ ਸਵਾਲ ਹੈ ਕਿ ਸਿਸਟਮ ਪਤਾ ਅਮੀਰ ਲੋਕਾਂ ਨੂੰ ਵੀ ਸਾਡੇ ਤੋਂ ਹੀ ਚੱਲਣਾ ਹੈ, ਵੋਟ ਕਰੀਏ ਚਾਹੇ ਨਾ ਕਰੀਏ। ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਹਮੀਰ ਸਿੰਘ, ਚਰਚਾ ਇਹਨਾਂ ਨਾਲ ਕਰਾਂਗੇ। ਉਹ ਸਵਾਲ ਸਭ ਤੋਂ ਅਹਿਮ ਹੈ ਕਿ ਆਜ਼ਾਦ ਉਮੀਦਵਾਰ ਪਹਿਲਾਂ ਹੁੰਦਾ ਸੀ, ਅੱਜ ਤੋਂ 20 ਸਾਲ ਪਹਿਲਾਂ, ਕਿ ਆਜ਼ਾਦ ਉਮੀਦਵਾਰ ਇਹ ਸਿਸਟਮ ਅਸੀਂ ਚੋਣਾਂ ਜਿੱਤ ਕੇ ਸੱਤਾ ਦੇ ਵਿੱਚ ਆ ਜਾਂਦਾ ਸੀ, ਪਰ ਪਿਛਲੇ ਕੁਝ ਸਾਲਾਂ ਤੋਂ ਆਜ਼ਾਦ ਉਮੀਦਵਾਰ ਚੋਣਾਂ ਜਿੱਤ ਕਿਉਂ ਨਹੀਂ ਰਿਹਾ? ਸਿਸਟਮ ਵਿੱਚ ਕਿਹੜੀ ਤਬਦੀਲੀ ਦੀ ਲੋੜ ਹੈ, ਜਾਂ ਸਿਸਟਮ ਵਾਕਈ ਇੰਨਾ ਕਰਪਟ ਹੋ ਚੁੱਕਿਆ ਹੈ ਕਿ ਆਮ ਵਿਅਕਤੀ ਚੋਣਾਂ ਲੜਦਾ ਪਰ ਉਹ ਜਿੱਤ ਨਹੀਂ ਪਾਉਂਦਾ, ਵੋਟਾਂ ਦੇ ਮਾਰਜਨ ਤੇ ਰਹਿ ਜਾਂਦਾ ਹੈ? ਸਾਡੇ ਸੀਨੀਅਰ ਪੱਤਰਕਾਰ ਹਮੀਰ ਸਿੰਘ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ। ਸਰ ਬਹੁਤ ਬਹੁਤ ਸਵਾਗਤ ਹੈ ਪੰਜਾਬ ਨਿਊਜ਼। ਜੀ ਸ਼ੁਕਰੀਆ। ਸਰ ਪਹਿਲਾਂ ਮੇਰਾ ਸਵਾਲ ਇਹ ਹੈ ਕਿ 2022 ਦੇ ਵਿੱਚ ਚੋਣਾਂ ਨੇ, ਚੋਣਾਂ ਤੋਂ ਪਹਿਲਾਂ ਕਿ ਵਾਕਈ ਭਾਰਤ ਸਰਕਾਰ ਕਮਿਸ਼ਨ ਰਾਹੀਂ, ਨੋਟੀਫਿਕੇਸ਼ਨ ਰਾਹੀਂ ਚੋਣਾਂ ਦੀ ਸੁਧਾਰ ਨੂੰ ਲੈ ਕੇ ਵੀ ਚੋਣਾਂ ਕਿਸ ਤਰੀਕੇ ਨਾਲ ਹੋਣ, ਦੀ ਪ੍ਰਤੀਕਿਰਿਆ ਕੀ ਹੋਵੇ, ਲੋਕ ਕਿਵੇਂ ਇਸ ਚੋਣਾਂ ਨੂੰ ਜਾਣਨ, ਜਾਂ ਕਿਸੇ ਆਮ ਵਿਅਕਤੀ ਨੇ ਚੋਣ ਲੜਨੀ ਹੋਵੇ ਤਾਂ ਉਸ ਲਈ ਕਿੰਨੇ ਕੁ ਸਿਸਟਮ ਦੇ ਵਿੱਚ ਇਹ ਕਮਿਸ਼ਨ ਬਣ ਕੇ ਰਿਪੋਰਟਾਂ ਆਉਂਦੀਆਂ ਨੇ ਕਿ ਸੁਧਾਰ ਦੀ ਵੀ ਇਸ ਵਿੱਚ ਕੋਈ ਤਬਦੀਲੀ ਆਈ ਹੈ? ਅਸਲ ਦੇ ਵਿੱਚ ਜਿਹੜਾ ਚੋਣਾਂ ਦਾ ਮੁੱਦਾ ਹੈ, ਚੋਣ ਸੁਧਾਰਾਂ ਦਾ ਮੁੱਦਾ ਉਨਾ ਹੀ ਪੁਰਾਣਾ ਹੈ, ਉਹਦੇ ਨਾਲ ਹੀ ਜੁੜਿਆ ਹੋਇਆ ਹੈ। ਔਰ ਈਵਨ ਚੋਣ ਕਮਿਸ਼ਨ ਨੇ ਵੀ 2001 ਤੋਂ ਲੈ ਕੇ ਲਗਾਤਾਰ ਸਰਕਾਰਾਂ ਨੂੰ ਵੀ ਭੇਜੇ ਹੋਏ ਨੇ ਰਿਕਮੈਂਡੇਸ਼ਨ, ਸਿਫਾਰਸ਼ਾਂ ਕਿ ਆਹ ਸੁਧਾਰ ਹੋਣੇ ਬੜੇ ਜ਼ਰੂਰੀ ਨੇ ਚੋਣਾਂ 'ਚੋਂ। ਕਿਉਂਕਿ ਹਰ ਵਾਰ ਇਲੈਕਸ਼ਨ ਕਮਿਸ਼ਨ ਇੱਕ ਗੱਲ 'ਤੇ ਚਿੰਤਤ ਰਹਿੰਦਾ ਹੈ ਕਿ ਸਾਡੀਆਂ ਚੋਣਾਂ ਦੇ ਵਿੱਚ ਅਪਰਾਧੀਆਂ ਦਾ ਦਖਲ ਲਗਾਤਾਰ ਵੱਧ ਰਿਹਾ, ਅਪਰਾਧੀ ਬਿਰਤੀ ਦੇ ਬੰਦੇ ਜ਼ਿਆਦਾ ਆ ਰਹੇ ਨੇ। ਉਹਦਾ ਆਉਣ ਦਾ ਰੀਜਨ ਇਹ ਹੈ, ਕਾਰਨ ਇਹ ਹੈ ਕਿ ਪੈਸਾ ਤੇ ਜਿਹੜੀ ਤਾਕਤ ਹੈ, ਇਹਦਾ ਰੋਲ ਲਗਾਤਾਰ ਵੱਧ ਰਿਹਾ, ਇਹਦਾ ਪ੍ਰਭਾਵ ਵੱਧ ਰਿਹਾ ਚੋਣਾਂ ਦੇ ਵਿੱਚ, ਤੇ ਉਹ ਕੀ ਕੀਤਾ ਜਾਵੇ। ਫਿਰ ਹੌਲੀ ਹੌਲੀ ਕੋਈ ਸੋਧਾਂ ਹੋਈਆਂ ਵੀ ਕਿ ਤੁਸੀਂ ਜਿੰਨੇ ਕੇਸ ਮੁਕੱਦਮੇ ਤੁਹਾਡੇ ਤੇ ਬਣੇ ਹੋਏ ਨੇ ਹਰਫੀਆ ਬਿਆਨ ਦਿਓਗੇ, ਜਿੰਨੀ ਜਾਇਦਾਦ ਤੁਹਾਡੇ ਕੋਲ ਹੈ ਉਹ ਵੀ ਲਿਖ ਕੇ ਦਿਓਗੇ। ਸਾਰੇ ਚੋਣ ਸੁਧਾਰਾਂ ਦੀ ਇੱਕ ਪ੍ਰਕਿਰਿਆ ਦੇ ਵਿੱਚ ਆਏ ਨੇ ਹੌਲੀ ਹੌਲੀ ਕਰਦੇ। ਫਿਰ ਕਿੰਨੀਆਂ ਗੈਰ ਸਰਕਾਰੀ ਜਥੇਬੰਦੀਆਂ ਨੇ ਜਿਹੜੀਆਂ ਲਗਾਤਾਰ ਇੱਥੇ ਚੈੱਕ ਰੱਖਦੀਆਂ ਨੇ, ਮੁੱਦੇ ਉਠਾਉਂਦੀਆਂ ਨੇ, ਸੈਮੀਨਾਰ ਕਰਦੀਆਂ ਨੇ, ਲੋਕ ਰਾਏ ਲਾਮਬੰਦ ਕਰਨ ਦੀ ਕੋਸ਼ਿਸ਼ ਕਰਦੀਆਂ ਨੇ ਕਿ ਚੋਣਾਂ ਦੇ ਵਿੱਚ ਸੁਧਾਰ ਹੋਵੇ। ਪਰ ਇੱਕ ਗੱਲ ਇਹ ਹੈ ਕਿ 47 ਤੋਂ ਬਾਅਦ ਅਸੀਂ ਇੱਕ ਸਿਸਟਮ ਪਾਰਲੀਮੈਂਟਰੀ ਡੈਮੋਕ੍ਰੇਸੀ ਦਾ, ਸੰਸਦੀ ਪ੍ਰਣਾਲੀ ਦਾ ਅਸੀਂ ਅਪਣਾਇਆ, ਅਤੇ ਦੁਨੀਆ ਭਰ ਦੇ ਵਿੱਚ ਵੀ ਇਹ ਜ਼ਿਆਦਾ ਮਾਨਤਾ ਪ੍ਰਾਪਤ ਤਰੀਕਾ ਹੈ ਕਿ ਲੋਕਾਂ ਦੀ ਰਾਏ ਨਾਲ ਜਿਹੜੇ ਨੁਮਾਇੰਦੇ ਚੁਣੇ ਜਾਣਗੇ, ਉਹ ਜਿਹੜੀ ਜਮਹੂਰੀਅਤ ਹੈ ਉਹਦੇ 'ਚ ਲੋਕਾਂ ਦੀ ਹਿੱਸੇਦਾਰੀ ਜ਼ਿਆਦਾ ਮੰਨੀ ਜਾਏਗੀ। ਸਰ ਇਹ ਸਵਾਲ ਹੈ, ਇਸ ਅੱਗੇ ਵਧਣ ਤੋਂ ਪਹਿਲਾਂ ਤੁਸੀਂ ਕਿਹਾ ਵੀ ਅਪਰਾਧਕ ਲੋਕ ਜਿਹੜੇ ਹੈਗੇ ਨੇ ਜ਼ਿਆਦਾ ਦਖਲ ਦੇਣ ਲੱਗ ਪਏ ਨੇ ਚੋਣਾਂ ਦੇ ਵਿੱਚ, ਕਿ ਵਾਕਈ ਜਿਸ ਉੱਪਰ FIR ਦਰਜ ਹੈ ਜਾਂ ਜਿਸ ਉੱਪਰ ਕੇਸ ਚੱਲਦਾ ਪਿਆ, ਕਿਤੇ ਚੋਣ ਸੁਧਾਰ ਵਿੱਚ ਇਹ ਵੀ ਹੈਗਾ ਵੀ ਉਹ ਵਿਅਕਤੀ ਚੋਣ ਨਹੀਂ ਲੜ ਸਕਦਾ? ਹਾਂ ਬਿਲਕੁਲ, ਉਹਦੇ 'ਚ ਇਹ ਹੈਗਾ ਕਿ ਜਿਹਨੂੰ 2 ਸਾਲ ਤੋਂ ਵੱਧ ਦੀ ਸਜ਼ਾ ਹੋਈ, ਕੈਦ ਕੱਟੀ ਹੋਈ ਹੈ ਕਿਸੇ ਕੇਸ 'ਚ, ਜੇ ਉਹਦੇ 'ਤੇ ਪਰਚਾ ਦਰਜ ਹੈ, ਜੇ ਮੁਕੱਦਮਾ ਚੱਲ ਰਿਹਾ, ਸਜ਼ਾ ਨਹੀਂ ਹੋਈ, ਉਹ ਲੜ ਸਕਦਾ ਚੋਣ। ਸਾਡੇ ਇਹੀ ਸਮੱਸਿਆ ਅਸਲ ਦੇ ਵਿੱਚ ਉਹ ਲੜ ਰਹੇ ਨੇ। 37% ਪਾਰਲੀਮੈਂਟ ਦੇ ਜਿਹੜੇ 37% MP ਨੇ, ਉਹਨਾਂ 'ਤੇ ਕੋਈ ਨਾ ਕੋਈ ਅਪਰਾਧਕ ਮੁਕੱਦਮਾ ਹੈ। ਬਹੁਤਿਆਂ 'ਤੇ ਉਹਨਾਂ 'ਚੋਂ ਕਿੰਨਿਆਂ 'ਚ ਸੰਗੀਨ ਜੁਰਮ ਨੇ, ਬਲਾਤਕਾਰ ਵਰਗੇ ਔਰ ਡਕੈਤੀ ਵਰਗੇ, ਕਤਲ ਵਰਗੇ ਇਹੋ ਜਿਹੇ ਜੁਰਮ ਵੀ ਨੇ। ਅਤੇ ਜਦੋਂ ਉਹ ਬੰਦੇ ਹੁਣ ਪਾਰਲੀਮੈਂਟ 'ਚ ਬੈਠਦੇ ਨੇ ਜਾਂ ਵਿਧਾਨ ਸਭਾਵਾਂ ਦੇ ਵਿੱਚ ਬੈਠਦੇ ਨੇ
ਤਾਂ ਲਾਜ਼ਮੀ ਹੈ ਉਹਦੇ ਤੋਂ ਕੀ ਉਮੀਦ ਕੀਤੀ ਜਾਏਗੀ। ਇਸੇ ਕਰਕੇ ਚੋਣ ਸੁਧਾਰਾਂ ਦਾ ਮੁੱਦਾ ਬੜਾ ਮਹੱਤਵਪੂਰਨ ਮੁੱਦਾ ਹੈ। ਹੁਣ ਸਭ ਤੋਂ ਪਹਿਲੀ ਗੱਲ ਅਸੀਂ ਇਹ ਕਿਹਾ, ਸਾਡਾ ਸੰਵਿਧਾਨ ਕੀ ਕਹਿੰਦਾ? ਸੰਵਿਧਾਨ ਇਹ ਕਹਿੰਦਾ ਕਿ ਕਾਨੂੰਨ ਦੀ ਨਜ਼ਰ ਦੇ ਵਿੱਚ ਹਰ ਨਾਗਰਿਕ ਬਰਾਬਰ ਹੈ। ਹਰ ਨਾਗਰਿਕ ਬਰਾਬਰ ਦਾ ਮਤਲਬ ਹੈ ਜਿਹੜਾ 18 ਸਾਲ ਦਾ ਬੰਦਾ ਹੋ ਗਿਆ ਸਾਡੇ ਦੇਸ਼ ਦੇ ਵਿੱਚ ਉਹ ਵੋਟਰ ਬਣ ਸਕਦਾ, ਤੇ ਜਿਹੜਾ 21 ਸਾਲ ਦਾ ਹੋ ਗਿਆ ਉਹ ਖੜਾ ਹੋ ਸਕਦਾ ਚੋਣ ਦੇ ਵਿੱਚ, ਤੇ ਉਹ ਸੂਬੇ ਦੇ ਵਿੱਚ ਵੀ ਤੇ ਉਹ ਦੇਸ਼ ਦੀ ਚੋਣ ਦੇ ਵਿੱਚ ਵੀ। ਹੁਣ ਇੱਕ ਅੰਦਾਜ਼ਾ ਜਿਹੜੀ ਫਿਗਰ ਇਹੀ ਹੈ, ਜੇ ਪੈਸੇ ਦੇ ਜ਼ੋਰ ਦੀ ਆਪਾਂ ਗੱਲ ਕਰਦੇ ਹਾਂ, ਤੁਸੀਂ ਲਗਾਤਾਰ ਕੀ ਕਰਦੇ ਹੋ, ਚੋਣ ਕਮਿਸ਼ਨ ਖੁਦ ਹੀ ਪੈਸਾ ਕਿੰਨਾ ਖਰਚ ਕਰ ਸਕਦਾ ਕੋਈ ਵਿਅਕਤੀ, ਉਹ ਲਗਾਤਾਰ ਵਧਾਉਂਦੇ ਜਾ ਰਹੇ ਨੇ। ਹੁਣ ਵੱਡੇ ਰਾਜਾਂ ਲਈ MLA 40 ਲੱਖ ਰੁਪਇਆ ਤੇ ਇੱਕ MP 70 ਲੱਖ ਰੁਪਏ ਖਰਚ ਕਰ ਸਕਦਾ ਆਪ। ਇਹ ਉਹ ਬੰਦੇ ਦਾ ਨਿੱਜੀ ਖਰਚਾ ਤੱਕ ਕਰ ਸਕਦਾ। ਉਹਦੀ ਪਾਰਟੀ ਕਿੰਨਾ ਖਰਚ ਕਰ ਸਕਦੀ ਹੈ, ਇਹਦੇ ਤੇ ਕੋਈ ਲਿਮਟ ਨਹੀਂ ਹੈ। ਉਹ ਕਿੰਨੇ 100 ਕਰੋੜ ਖਰਚ ਕਰਦੀ ਹੈ, ਕੋਈ ਸੀਮਾ ਹੀ ਹੈ ਨਹੀਂ। ਹੁਣ ਇਹੋ ਜਿਹੇ ਹਾਲਾਤ ਦੇ ਵਿੱਚ ਜਿਹੜੇ ਦੇਸ਼ ਦੇ ਵਿੱਚ ਲਗਭਗ 80% ਲੋਕ ਆਟਾ ਤੇ ਦਾਲ ਮੁਫਤ ਲੈਣ ਦੀ ਮਤਲਬ ਮੁਫਤ ਜਾਂ ਰਿਆਇਤੀ ਆਟਾ ਤੇ ਦਾਲ ਦੀ ਲਾਈਨ ਦੇ ਵਿੱਚ ਖੜੇ ਹੋਣ, ਆਪਣੀ ਰੋਜੀ ਰੋਟੀ ਕਮਾਉਣ ਦੇ ਸਮਰੱਥ ਨਾ ਹੋਣ, ਤਾਂ ਉਹ ਕਿਹੋ ਜਿਹੀ ਡੈਮੋਕ੍ਰੇਸੀ ਹੈ ਕਿ ਉਹ ਕਦੇ ਸੋਚ ਸਕਦੇ ਨੇ ਕਿ ਅਸੀਂ ਵੀ ਇਸ ਸਾਰੇ ਮਾਮਲੇ ਦੇ ਵਿੱਚ ਪਲੇਅਰ ਹੋ ਸਕਦੇ ਹਾਂ, ਖਿਡਾਰੀ ਹੋ ਸਕਦੇ ਹਾਂ। ਉਹ ਹਮੇਸ਼ਾ ਦਰਸ਼ਕ ਦੀ ਭੂਮਿਕਾ 'ਚ ਰਹਿਣਗੇ, ਉਹ ਖਿਡਾਰੀ ਨਹੀਂ ਬਣ ਸਕਦੇ, ਕਿਉਂਕਿ ਉਹਨਾਂ ਕੋਲ ਇੰਨਾ ਸੋਚਣ ਦਾ ਜਾਂ ਇੰਨਾ ਪੈਸਾ ਜਾਂ ਉਹਦੀ ਜਿਹੜੀ ਇੱਕ ਬੁਨਿਆਦੀ ਤੌਰ 'ਤੇ ਅਸੀਂ ਰੱਖਦੇ ਹਾਂ ਸ਼ੁਰੂਆਤੀ ਕਾਗਜ਼ ਭਰਨ ਦੇ ਵੇਲੇ ਸਿਕਿਉਰਿਟੀ, ਉਹ ਸਿਕਿਉਰਿਟੀ ਦੇਣ ਦੇ ਵੀ ਕਾਬਲ ਨਹੀਂ ਹੁੰਦੇ। ਇਸੇ ਕਰਕੇ ਹੁਣ ਕੀ ਹੋ ਗਿਆ, ਇੱਕ ਪ੍ਰੋਸੈਸ ਚੱਲਿਆ ਸਾਡੇ। ਜਦੋਂ 47 ਤੋਂ ਪਹਿਲਾਂ ਇੱਕ ਧਾਰਨਾ ਹੁੰਦੀ ਸੀ ਕਿ ਰਾਜੇ ਦੇ ਪੇਟੋਂ ਰਾਣੀ ਦੇ ਪੇਟੋਂ ਜੰਮਿਆ ਬੰਦਾ ਹੀ ਰਾਜਾ ਬਣਦਾ ਸੀ। ਰਾਜੇ ਦੇ ਘਰ ਜੰਮਦੇ ਆਪਣੇ ਆਪ ਕਿਸਮਤ ਸੀ। ਇੱਕ ਲੋਕ ਕਹਿੰਦੇ ਸੀ ਵੀ ਜੇ ਐਡਾ ਹੀ ਸੀ ਉਹਦੇ ਘਰ ਜੰਮ ਪੈਂਦਾ ਫਲਾਣੇ ਰਾਜੇ ਦੇ, ਜੇ ਐਡੇ ਵੱਡੇ ਸ਼ੌਕ ਨੇ ਤੇਰੇ। ਪਰ 47 'ਚ ਨਾ ਕੱਲੀ ਵੋਟ ਦਾ ਹੱਕ ਨਹੀਂ ਮਿਲਿਆ, ਉਹਨੇ ਇੱਕ ਪੂਰੀ ਧਾਰਨਾ ਬਦਲੀ ਹੈ। ਉਦੋਂ ਪਹਿਲਾਂ ਤੱਕ ਲੋਕ ਇਹ ਕਹਿੰਦੇ ਸੀ ਕਿ ਉੱਪਰੋਂ ਕਰਮ ਲਿਖਾ ਕੇ ਲਿਆਇਆ, ਇਸੇ ਲਈ ਉੱਥੇ ਜੰਮ ਪਿਆ, ਇਸੇ ਲਈ ਇਹ ਰਾਜਾ ਹੈ, ਇਸੇ ਲਈ ਉਹਨੂੰ ਰੱਬ ਦਾ ਭੇਜਿਆ ਹੋਇਆ ਇੱਕ ਦੂਤ ਦੇ ਤੌਰ ਤੇ ਮੰਨਿਆ ਜਾਂਦਾ ਸੀ। 47 'ਚ ਕਿਹਾ ਨਹੀਂ, ਕੋਈ ਰਾਜਾ ਉੱਪਰੋਂ ਨਹੀਂ ਜੰਮਦਾ, ਕੋਈ ਰਾਜਾ ਕਿਸੇ ਕਰਮ ਕਰਕੇ ਨਹੀਂ ਜੰਮਦਾ, ਕੋਈ ਰਾਜਾ ਕਿਸੇ ਕੋਈ ਧੱਕੇ ਨਾਲ ਚਾਹੇ ਪਾਗਲ ਚਾਹੇ ਜਿਹੋ ਜਿਹਾ ਮਰਜੀ ਜਿੱਥੇ ਮਰਜੀ ਜੰਮਿਆ ਉਹ ਫਿਰ ਵੀ ਰਾਜਾ ਹੋਏਗਾ, ਇਹ ਕੁਝ ਨਹੀਂ ਹੋਏਗਾ। ਰਾਜੇ ਵੋਟ ਬਕਸਿਆਂ 'ਚੋਂ ਲੋਕਾਂ ਦੀ ਰਾਏ ਨਾਲ ਜੰਮਣਗੇ। ਇਹ ਫੈਸਲਾ ਹੋਇਆ ਬਹੁਤ ਵੱਡਾ, ਇੱਕ ਧਾਰਨਾ ਬਦਲੀ ਹੈ, ਪੂਰੀ ਸੋਚ ਦੀ ਸ਼ਿਫਟ ਸੀ ਇਹ। ਉਦੋਂ ਬਾਅਦ ਹੋਇਆ ਕੀ, ਅੱਜ ਦਾ ਜਦੋਂ ਦੌਰ ਦੇਖਦੇ ਹਾਂ ਕਿ ਰਾਜੇ ਰਾਣੀਆਂ ਦੇ ਪੇਟੋਂ ਨਹੀਂ ਜੰਮਦੇ। ਹੁਣ ਜਿਹਦਾ ਬਾਪ ਮੁੱਖ ਮੰਤਰੀ ਉਹਦਾ ਮੁੰਡਾ ਹੀ ਮੁੱਖ ਮੰਤਰੀ ਬਣਨ ਨੂੰ ਫਿਰਦਾ, ਜਿਹਦਾ ਬਾਪ MLA ਉਹਦੀ ਮਾਂ ਉਹਦੀ ਧੀ ਉਹਦੀ ਵਾਈਫ ਹੀ ਬਣਨ ਨੂੰ ਫਿਰਦੀ ਹੈ। ਔਰ ਚਲਦੇ ਚਲਦੇ ਇੱਥੋਂ ਤੱਕ ਆ ਗਿਆ ਕਿ ਕੁਝ ਪਰਿਵਾਰਾਂ ਦੇ ਰਾਜ ਹੋ ਗਏ। ਨੈਸ਼ਨਲ ਲੈਵਲ ਤੇ ਇੱਕ ਪਾਰਟੀ ਗਾਂਧੀ ਪਰਿਵਾਰ, ਉਹ ਤੋਂ ਬਿਨਾਂ ਪੱਤਾ ਨਹੀਂ ਹਿਲਦਾ। ਦੂਜੇ ਪਾਸੇ ਜੇ ਸੱਤਾ BJP ਜਿਹੜੀ ਕਹਿੰਦੀ ਸੀ ਮੈਂ ਕੰਪੈਰੇਟਿਵਲੀ RSS ਤੋਂ ਬਿਨਾਂ, ਖਾਸ ਤੌਰ 'ਤੇ ਹੁਣ ਮੋਦੀ ਸਾਹਿਬ ਤੋਂ ਬਿਨਾਂ ਪੱਤਾ ਨਹੀਂ ਹਿਲਦਾ। ਜਿਹਨੂੰ ਟਿਕਟ ਦੇਣੀ ਹੈ, ਜਿਹਨੂੰ ਕੱਢਣਾ, ਜਿਹਨੂੰ ਰੱਖਣਾ, ਸਭ ਦੇ ਸਾਹਮਣੇ ਹੈ। ਸਾਡੇ ਆ ਜੋ ਬਾਦਲਾਂ ਤੋਂ ਬਿਨਾਂ ਅਕਾਲੀ ਦਲ 'ਚ ਕੋਈ ਪੱਤਾ ਹਿਲਦਾ ਕਿ ਜਿਹਨੇ ਨਿਕਲਣਾ ਨਿਕਲ ਜੋ, ਜਾਂ ਬਾਕੀ ਆਉਣਾ ਆ ਜੋ, ਕੋਈ ਫਰਕ ਨਹੀਂ ਪੈਂਦਾ। ਇਸੇ ਤਰ੍ਹਾਂ ਜੰਮੂ ਕਸ਼ਮੀਰ ਤੋਂ ਲੈ ਕੇ ਹੇਠਾਂ ਤੱਕ ਕਰਨਾਟਕਾ ਤੱਕ ਪਰਿਵਾਰ ਦਿਖਾਈ ਦਿੰਦੇ ਨੇ ਸਿਆਸਤ 'ਚ। ਪੁੱਠਾ ਗੇੜਾ ਆ ਗਿਆ। ਜਿਹੜੀ ਜੱਦੋਜਹਿਦ ਲਈ ਲੋਕ ਲੜੇ ਸੀ ਕਿ ਲੋਕਾਂ ਦਾ ਫੈਸਲਾ ਕਰਨ ਦੀ ਪ੍ਰਕਿਰਿਆ 'ਚ ਹਿੱਸੇਦਾਰੀ ਹੋਣੀ ਚਾਹੀਦੀ ਹੈ, ਉਹ ਕਿਉਂ ਟੁੱਟ ਗਈ ਹਿੱਸੇਦਾਰੀ ਅਸਲ 'ਚ? ਜਿਹੜੀ ਸ਼ੁਰੂਆਤੀ ਦੌਰ 'ਚ ਕੁਝ ਆਮ ਲੋਕ ਜਿਹੜੇ ਲੋਕਾਂ ਲਈ ਕੰਮ ਕਰਦੇ ਸੀ, ਆਪੋ ਆਪਣੇ ਹਲਕਿਆਂ 'ਚ ਲੋਕਾਂ ਦੇ ਕੰਮ ਧੰਦੇ ਕਰਾ ਕੇ ਲੋਕਾਂ ਨੂੰ ਮੋਬਿਲਾਈਜ਼ ਕਰਦੇ ਸੀ, ਉਹੋ ਜਿਹੇ ਲੋਕ ਬਣਦੇ ਸੀ ਸਟਾਰਟਿੰਗ 'ਚ। ਹੁਣ ਕਿਉਂ ਬੰਦ ਹੋ ਗਿਆ? ਹੁਣ ਇਸ ਕਰਕੇ ਬੰਦ ਹੋ ਗਿਆ, ਨੰਬਰ 1 ਚੋਣ ਪ੍ਰਕਿਰਿਆ ਇੰਨੀ ਮਹਿੰਗੀ ਹੋ ਗਈ ਕਿ ਆਮ ਬੰਦਾ ਉਹ 'ਚ ਦਖਲ ਨਹੀਂ ਦੇ ਸਕਦਾ। ਦੂਜੀ ਗੱਲ, ਹੁਣ ਇਹ 'ਚ ਇੰਨੀ ਗੁੰਡਾਗਰਦੀ ਸ਼ਾਮਲ ਹੋ ਗਈ ਕਿ ਆਮ ਬੰਦਾ ਉਹ ਨਹੀਂ ਕਰ ਸਕਦਾ। ਤੀਜੀ ਗੱਲ ਇਹ ਹੈ ਕਿ ਪਾਰਟੀਆਂ ਐਂਟੀ ਡਿਫੈਕਸ਼ਨ ਲਾ ਤੋਂ ਬਾਅਦ ਪਾਰਟੀ ਪ੍ਰਧਾਨ ਇੰਨੇ ਮਜ਼ਬੂਤ ਹੋ ਗਏ ਕਿ ਆਮ ਬੰਦਾ ਜਿਹੜਾ ਟਿਕਟ ਦਾ ਦਾਅਵੇਦਾਰ ਹੈ ਜਾਂ ਬਾਕੀ ਉਹਨੂੰ ਟਿਕਟ ਦੇਣੀ ਜਾਂ ਨਹੀਂ ਦੇਣੀ, ਇਹ ਉਹ ਤੈਅ ਕਰਦਾ। ਹੁਣ ਲੋਕ ਤੈਅ ਨਹੀਂ ਕਰਦੇ। ਇਸੇ ਕਰਕੇ ਚੋਣ ਸੁਧਾਰਾਂ 'ਚ ਕਈ ਪੁਆਇੰਟ ਆਉਂਦੇ ਨੇ। ਪੁਆਇੰਟ ਕੀ ਆਉਂਦੇ ਨੇ? ਲੋਕ ਇਹ ਕਹਿੰਦੇ ਨੇ ਕਿ ਕੈਂਡੀਡੇਟ ਕਿਵੇਂ ਸਿਲੈਕਟ ਹੋਵੇ। ਸਭ ਤੋਂ ਮੇਨ ਚੀਜ਼ ਕੀ ਹੁੰਦੀ? ਇਸ ਤੋਂ ਪਹਿਲਾਂ ਇੱਕ ਮੇਰਾ ਸਵਾਲ ਹੈ ਕਿ ਤੁਸੀਂ ਹੁਣ ਗੱਲ ਕਰ ਰਹੇ ਹੋ ਆਮ ਲੋਕਾਂ ਦੀ, ਜਾਂ ਜਿਵੇਂ ਹੁਣ ਕਿਸੇ ਨੂੰ ਟਿਕਟ ਦੇਣੀ ਹੈ, ਵੀ ਕੀ ਲੋਕਾਂ ਦੇ ਕਹਿਣ ਉੱਤੇ ਕਿਸੇ ਵਿਅਕਤੀ ਨੂੰ ਟਿਕਟ ਦਿੱਤੀ ਜਾਂਦੀ ਹੈ ਕਿ ਪਾਰਟੀ ਦੇ ਪ੍ਰਧਾਨ ਦੇ ਕਹਿਣ ਉੱਤੇ ਉਸ ਵਿਅਕਤੀ ਨੂੰ ਟਿਕਟ ਦਿੱਤੀ ਜਾਂਦੀ ਹੈ? ਉਹ ਜ਼ਮਾਨਾ ਬਦਲ ਗਿਆ। ਇੱਕ ਜ਼ਮਾਨੇ ਤੱਕ ਲੋਕ ਕੰਮ ਕਰਕੇ ਟਿਕਟ ਲੈਂਦੇ ਸੀ। ਹੁਣ ਤੁਸੀਂ ਕਦੇ ਸੁਣਿਆ ਪਾਰਟੀ ਕੀ ਕਹਿ ਰਹੀ ਹੈ? ਬਿਨੇਬਿਲਟੀ ਇੱਕੋ ਇੱਕ ਕ੍ਰਾਈਟੇਰੀਆ, ਜੇਤੂ ਕੌਣ ਜਿੱਤ ਸਕਦਾ? ਉਹ ਗੁੰਡਾ ਹੈ, ਬਦਮਾਸ਼ ਹੈ, ਮਸਟੰਡਾ, ਇਹਦਾ ਕੋਈ ਮਤਲਬ ਨਹੀਂ ਹੈ। ਜਿੱਤ ਸਕਦਾ ਉਹ। ਅੱਗੇ ਕਹਿੰਦੇ ਚੰਗੇ ਬੰਦੇ ਨੂੰ ਟਿਕਟ ਦੇਵਾਂਗੇ ਜਿਹੜਾ ਲੋਕਾਂ ਦੇ ਨਾਲ ਰਹਿੰਦਾ, ਲੋਕਾਂ ਨਾਲ ਸੇਵਾ ਕਰਦਾ। ਤੇ ਇਦੋਂ ਪਹਿਲਾਂ ਇੱਕ ਇਹ ਵੀ ਲੋਕ ਕਹਿੰਦੇ ਮੈਂ ਫਲਾਣੇ ਹਲਕੇ 'ਚ ਕੰਮ ਕੀਤਾ, ਮੇਰੇ ਹਲਕੇ 'ਚ ਬਾਹਰਲੇ ਬੰਦੇ ਨੂੰ ਟਿਕਟ ਕਿਉਂ ਦਿਓਗੇ ਤੁਸੀਂ? ਮੈਨੂੰ ਮਿਲਣੀ ਚਾਹੀਦੀ ਹੈ।
ਹੁਣ ਟਿਕਟ ਦਾ ਦਾਅਵੇਦਾਰ ਜਿਹੜਾ ਅਮੀਰ ਬੰਦਾ ਜਾਂਦਾ ਉਹ ਕਹਿੰਦਾ ਟਿਕਟ ਦੇ ਦਿਓ ਜੀ, ਕਹਿੰਦਾ ਕਿੱਥੋਂ, ਕਹਿੰਦਾ ਜਿੱਥੋਂ ਮਰਜ਼ੀ ਦੇ ਦਿਓ। ਕੰਮ ਥੋੜੀ ਕਰਨਾ ਲੋਕਾਂ ਲਈ, ਨਾ ਲੋਕਾਂ ਲਈ ਜਵਾਬ ਦੇ ਰਹਿਣਾ। ਪਾਰਟੀ ਨੇ ਟਿਕਟ ਦੇਣੀ, ਉੱਥੇ ਜਾ ਕੇ ਪਾਰਟੀ ਦਬਦਬੇ ਤੇ ਪੈਸੇ ਦੇ ਜ਼ੋਰ ਤੁਸੀਂ ਜਿੱਤਣਾ, ਜਿਹੜਾ ਮਰਜ਼ੀ ਜਿੱਥੇ ਮਰਜ਼ੀ ਵਗ ਜੇ। ਇਹਨੇ ਡੈਮੋਕ੍ਰੇਸੀ ਦਾ ਬਹੁਤ ਵੱਡਾ ਘਾਣ ਕੀਤਾ, ਇਹਨੇ ਲੋਕ ਮਾਈਨਸ ਕਰਤੇ, ਉਸ ਗੱਲ ਦੇ ਵਿੱਚੋਂ ਖਤਮ ਕਰਤੇ। ਸਾਡੇ ਕੀ ਹੈ, ਸਾਡੇ ਕੋਈ ਰੋਲ ਨਹੀਂ, ਕਿਸੇ ਪਾਰਟੀ ਦੀ ਬਲਾਕ ਕਮੇਟੀ, ਕਿਸੇ ਜ਼ਿਲ੍ਹਾ ਕਮੇਟੀ, ਕਿਸੇ ਸੂਬਾ ਕਮੇਟੀ ਦਾ ਕੋਈ ਰੋਲ ਨਹੀਂ। ਕੇਵਲ ਇੱਕ ਬੌਸ ਜਿਹੜਾ ਉੱਪਰ ਬੈਠਾ ਹੈ ਉਹਨੂੰ ਅਧਿਕਾਰ ਨੇ ਸਾਰੇ, ਇਹਦੀ ਟਿਕਟ ਦੇਣੀ ਹੈ, ਇਹਦੀ ਕੱਟ ਦੇਣੀ ਹੈ, ਇਹਨੂੰ ਦੇਣੀ ਹੈ, ਇਹਨੂੰ ਨਹੀਂ ਦੇਣੀ ਹੈ। ਇਹ ਸੈਂਟਰਲਾਈਜੇਸ਼ਨ ਕਿਉਂ ਆਈ ਹੈ? ਇਹ ਸੈਂਟਰਲਾਈਜੇਸ਼ਨ ਆਈ ਹੈ ਹੋਰ ਗੱਲਾਂ ਦੇ ਨਾਲ ਨਾਲ, ਜਿੱਥੇ ਪੈਸੇ ਦਾ ਦਬਦਬਾ ਹੋ ਗਿਆ, ਕੁਝ ਪਰਿਵਾਰਾਂ ਕੋਲ ਇਕੱਠਾ ਬਹੁਤ ਜ਼ਿਆਦਾ ਹੋ ਗਿਆ, ਜਿੱਥੇ ਉਹਦੇ ਕੋਲ ਤਾਕਤ ਇਕੱਠੀ ਹੋ ਗਈ ਹੈ ਬਹੁਤ ਜ਼ਿਆਦਾ, ਉੱਥੇ ਜਿਹੜਾ ਦਲ ਬਦਲੀ ਵਿਰੋਧੀ ਕਾਨੂੰਨ ਹੈ, ਦਲ ਬਦਲੀ ਵਿਰੋਧੀ ਕਾਨੂੰਨ ਨੇ ਪਾਰਟੀ ਪ੍ਰਧਾਨ ਦੇ ਹੱਥ 'ਚ ਇੰਨੀ ਤਾਕਤ ਦੇਤੀ ਕਿ ਜੇਕਰ ਉਹ ਇੱਧਰ ਉੱਧਰ ਜਾਂਦਾ ਹੈ, ਉਹਦੀ ਇੱਛਾ ਦੇ ਖਿਲਾਫ ਜਾਂਦਾ, ਤਾਂ ਉਹਦੀ ਮੈਂਬਰੀ ਵੀ ਖਤਮ ਹੋ ਸਕਦੀ ਹੈ ਬੰਦੇ ਦੀ, ਜਿਹੜਾ ਵੀ ਜਾਂਦਾ ਕਿਤੇ ਵੀ ਹੋਰ, ਔਰ ਉਹਨੂੰ ਅਗਲੀ ਟਿਕਟ ਤੱਕ ਫਿਰ ਨਾ ਮਿਲਣ ਦਾ ਕੋਈ ਚਾਂਸ ਹੀ ਨਹੀਂ ਹੈਗਾ। ਜਿਹੜੇ ਹੁਣ ਪੰਜਾਬ 'ਚ ਚੋਣਾਂ ਆਉਣੀਆਂ ਨੇ, ਸਾਰੀ ਪਾਰਟੀਆਂ ਨੇ ਹੱਲੇ ਉਮੀਦਵਾਰ ਉਤਾਰੇ ਨਹੀਂ ਹੈ ਪੰਜਾਬ ਦੇ ਵਿੱਚ, ਕਿ ਲੋਕ ਜਿਹੜੇ ਵਿਅਕਤੀ ਕਰਪਟ ਹੋਣਗੇ, ਜਿਨ੍ਹਾਂ ਉੱਤੇ ਕੇਸ ਹੋਣਗੇ, ਕਿ ਪੰਜਾਬ ਦੇ ਲੋਕ ਵੋਟ ਕਰਨਗੇ ਜਾਂ ਨਹੀਂ ਕਰਨਗੇ? ਇਹ ਸਵਾਲ ਸਭ ਤੋਂ ਅਹਿਮ ਹੈ। ਜਿਹੜੇ ਪੰਜਾਬ ਦੇ ਲੋਕ ਵੋਟ ਕਰਦੇ ਨੇ, ਕੱਲ੍ਹ ਨੂੰ ਸਮੱਸਿਆ ਆਉਂਦੀ ਹੈ, ਫਿਰ ਵਿਅਕਤੀ ਜਿੱਤ ਜਾਂਦਾ ਹੈ, ਫਿਰ ਉਹਦੇ ਕੋਲ ਜਾ ਕੇ 5 ਸਾਲ ਕਹਿੰਦੇ ਨੇ ਮੇਰੇ ਕੰਮ ਕਰਾ ਦਿਓ, ਕੰਮ ਨਹੀਂ ਹੁੰਦੇ। ਇਹ ਸਭ ਤੋਂ ਅਹਿਮ ਸਵਾਲ ਹੈ ਕਿ ਵਾਕਈ ਪੰਜਾਬ ਦੇ ਲੋਕ ਵੋਟ ਕਰਨਗੇ, ਜਿਹੜੇ ਕਰਪਟ ਨੇ, ਜਿਹੜੇ ਕ੍ਰਿਮੀਨਲ ਨੇ? ਨਹੀਂ, ਵੋਟ ਹੋਰ ਕਿਹਨੂੰ ਕਰਨਗੇ ਲੋਕ? ਦੇਖੋ ਸਾਡੇ ਸਿਸਟਮ ਵੋਟਾਂ ਦਾ ਕੀ ਹੈ, ਜੇ ਸਾਰੇ ਲੋਕ ਵੀ ਬਾਈਕਾਟ ਕਰ ਦੇਣ, 5 ਬੰਦੇ ਵੋਟ ਪਾਇਆ ਹੁਣ, 3 ਬੰਦੇ ਵੋਟ ਪਾਇਆ ਹੁਣ, ਤਾਂ ਵੀ ਉਹ ਚੁਣਿਆ ਮੰਨਿਆ ਜਾਂਦਾ। ਠੀਕ ਹੈ, ਸਾਡੇ ਕੋਈ ਇਹ ਸੈਟਅਪ ਤਾਂ ਹੈ ਨਹੀਂ ਕਿ 50% ਵੋਟਾਂ ਪੈਣ, ਚਾਹੇ ਦੁਬਾਰਾ ਵੋਟਾਂ ਪੈਣ ਤਾਂ ਹੋਏਗਾ। ਸਾਡੇ ਡੈਮੋਕ੍ਰੇਸੀ ਦਾ ਮਾਡਲ ਅਧੂਰਾ ਮਾਡਲ ਹੈ ਉਸ ਪੱਧਰ ਤੇ, ਕਿ ਜਿਵੇਂ ਹੁਣ 1992 ਦੀਆਂ ਚੋਣਾਂ ਸੀ, ਬੇਅੰਤ ਸਿੰਘ ਦੀਆਂ 23% ਵੋਟਿੰਗ ਹੋਈ ਸੀ, 23% ਦੇ ਵਿੱਚੋਂ ਵੀ ਕਿਹੜੀ ਜਿੱਤੂ, ਜਿਹਨੂੰ ਕਿੰਨੀ ਕੁ ਪੈਗੀ, ਬਾਕੀਆਂ ਨੂੰ ਕਿੰਨੀ ਕੁ ਪੈਗੀ, ਉਹ ਸਾਡੇ ਸਾਹਮਣੇ ਹੈ। ਔਰ ਲਗਭਗ ਇੱਕ ਹਲਕਾ ਬਿਲਕੁਲ ਪੇਂਡੂ ਹਲਕਾ ਸੀ ਜੋਗਾ, ਮਾਨਸਾ ਜ਼ਿਲ੍ਹੇ ਦਾ, ਉੱਥੇ ਲਗਭਗ 1094 ਵੋਟਾਂ ਟੋਟਲ ਪੋਲ ਹੋ ਜਾ, 384 ਵਾਲਾ MLA ਸੀ, 5 ਸਾਲ ਰਹਿ ਗਿਆ, ਲੱਖਾਂ ਬੰਦੇ ਨੇ ਨਹੀਂ ਵੋਟ ਪਾਈ। ਇੱਕ ਤਾਂ ਇਹ ਡੈਮੋਕ੍ਰੇਸੀ ਦਾ ਕੁਐਸਚਨ ਹੈ, ਇਹਨੂੰ ਤਬਦੀਲ ਕਰਨ ਦਾ ਸਵਾਲ ਹੈ। ਔਰ ਦੂਜੀ ਗੱਲ ਇਹ ਹੈ ਕਿ ਸਾਡੇ ਜਦੋਂ ਵੀ ਤੁਸੀਂ ਹੁਣ ਵੋਟ ਹੈ, ਜਿਹੜੇ ਵੀ ਖੜੇ ਨੇ ਬੰਦੇ, ਲੋਕਾਂ ਨੇ ਤਾਂ ਉਹਦੇ 'ਚੋਂ ਹੀ ਕਿਸੇ ਨੂੰ ਵੋਟ ਪਾਉਣੀ ਹੈ। ਖੜਨ ਵਾਲਾ ਹੀ ਮਾਹੌਲ ਤੁਸੀਂ ਉੱਡਾ ਕਰਤਾ, ਇੱਕ ਅਖਾੜਾ ਲੱਗਿਆ ਹੋਇਆ ਪਹਿਲਵਾਨਾਂ ਦਾ, ਉੱਥੇ ਤੁਸੀਂ ਕੁਸ਼ਤੀ ਕਰਾਉਣੀ ਹੈ। ਕੁਸ਼ਤੀ ਦੇ ਕੋਈ ਮਿਆਰ ਹੁੰਦੇ ਨੇ, ਮਿਆਰ ਇਹ ਹੁੰਦਾ ਜਾਂ ਤਾਂ ਏਜ ਗਰੁੱਪ ਹੁੰਦਾ ਕਿ 16 ਸਾਲ ਤੋਂ ਹੇਠਾਂ, ਅੰਡਰ 14 ਹੈ, 14 ਸਾਲ ਤੋਂ ਹੇਠਾਂ ਇੱਥੇ ਵਾਲਾ, ਜਾਂ ਵਜਨ ਹੁੰਦਾ ਕਿ 35 ਕਿਲੋ ਵਾਲੇ ਅਲੱਗ ਖੇਡਣਗੇ, ਬਾਕੀ ਅੱਡ ਖੇਡਣਗੇ। ਜੇ ਤੁਸੀਂ ਫ੍ਰੀ ਫਾਲ ਆਰ ਕਰ ਦੋਗੇ ਤੇ ਉੱਥੇ ਓਪਨ ਵਾਲਾ ਖੜਾ 2 ਕੁਆਂਟਲ ਦਾ ਤੇ ਦੂਜਾ ਖੜਾ 35 ਕਿਲੋ ਦਾ, ਉਹਨਾਂ 'ਚ ਕੋਈ ਮੁਕਾਬਲਾ ਹੋਊਗਾ? ਸੰਭਵ ਹੀ ਨਹੀਂ ਹੈ। ਤੁਸੀਂ ਉਹ ਮੁਕਾਬਲੇ 'ਚੋਂ ਹੀ ਬਾਹਰ ਕਰ ਦਿੱਤੇ ਹੋਏ ਨੇ ਲੋਕ, ਜਿਹੜੇ ਬਾਕੀ ਨੇ, ਜਿਹੜੇ ਖੜੇ ਹੋਣੇ ਚਾਹੁੰਦੇ ਨੇ, ਉਹਦੀ ਮੀਡੀਆ ਕੋਈ ਖਬਰ ਨਹੀਂ ਛਾਪਦਾ, ਉਹਦੀ ਕਿਤੇ ਲੋਕਾਂ 'ਚ ਕੋਈ ਗੱਲ ਨਹੀਂ, ਉਹਦੇ ਕੋਲ ਗੱਡੀਆਂ ਨਹੀਂ, ਉਹਦੇ ਕੋਲ ਪੈਟਰੋਲ ਲਿਜਾਣ ਲਈ ਪੈਸੇ ਨਹੀਂ, ਲੋਕਾਂ 'ਚ ਤਾਮ ਝਾਮ ਨਹੀਂ ਹੈ, ਤਾਂ ਉਹ ਕਿਵੇਂ ਲੜੂਗਾ ਚੋਣ? ਇਸੇ ਕਰਕੇ ਜਿਹੜੀ ਸਟੇਟ ਫੰਡਿੰਗ ਆਫ ਇਲੈਕਸ਼ਨ ਹੈ, ਉਹਦੇ 'ਚ ਕੋਈ ਜੈਨੂਅਨ ਬੰਦੇ, ਇਸੇ ਕਰਕੇ ਤਾਂ ਲੋਕ ਇਹ ਕਹਿਣ ਲੱਗੇ, ਜਿਹੜਾ ਸਿਆਣਾ ਬੰਦਾ ਪੜ੍ਹਿਆ ਲਿਖਿਆ, ਉਹ ਕਹਿੰਦਾ ਆਪਾਂ ਗੰਦੀ ਖੇਡ ਤੋਂ ਕੀ ਲੈਣਾ, ਆਪਾਂ ਨਹੀਂ ਚੋਣ ਚਾਹੁੰਦੇ, ਇਹ ਤਾਂ ਗੰਦਿਆਂ ਦੀ ਖੇਡ ਹੈ ਜੀ। ਤਾਂ ਜਦੋਂ ਇਹ ਕਹਿ ਕੇ ਗੰਦਿਆਂ ਬੰਦਿਆਂ ਲਈ ਛੱਡ ਦਿੱਤੀ ਗਈ ਚੀਜ਼ ਹੈ ਜਿਹੜੀ, ਤਾਂ ਆਟੋਮੈਟਿਕਲੀ ਉਹੀ ਭਾਰੂ ਰਹਿਣਗੇ ਉਸ ਲਈ। ਇਸੇ ਲਈ ਇੱਕ ਗੱਲ ਇਹਦੇ 'ਚ ਸੁਧਾਰ ਜਿਹੜਾ ਹੋਰ ਕਰਨ ਦਾ ਕੁਐਸਚਨ ਆਉਂਦਾ, ਉਹ ਜਿੱਥੇ ਸਿਲੈਕਸ਼ਨ ਆਫ ਕੈਂਡੀਡੇਟ ਦਾ ਹੁੰਦਾ ਕਿ ਪਾਰਟੀਆਂ ਦੇ ਅੰਦਰੋਂ ਹੀ ਉਹਨਾਂ ਦੇ ਵੋਟਰਾਂ ਦੇ ਤੌਰ ਤੇ ਚੁਣਿਆ ਜਾਣਾ ਚਾਹੀਦਾ। ਦੂਜਾ, ਅਨੁਪਾਤਕ ਪ੍ਰਤੀਨਿਧਤਾ ਦਾ ਜਿਹੜਾ ਇੱਕ ਸਿਸਟਮ ਹੈ ਦੁਨੀਆ ਦੇ ਵਿੱਚ ਚੱਲਦਾ, ਜਰਮਨ ਦੇ ਵਿੱਚ ਦੋਨੋਂ ਮਾਡਲਾਂ ਨੂੰ ਇਕੱਠੇ ਕਰਕੇ ਖੂਬਸੂਰਤ ਇੱਕ ਮਾਡਲ ਸਿਰਜਿਆ ਗਿਆ, ਉਹਨੂੰ ਵੀ ਅਪਣਾਇਆ ਜਾ ਸਕਦਾ ਜੇਕਰ ਕੋਈ ਅਪਣਾਵੇ। ਉਹਦੇ 'ਚ ਕੀ ਹੈ, ਜਿੰਨੇ ਸਾਡੇ ਪਾਰਲੀਮੈਂਟ 'ਚ ਬੰਦੇ ਜਾਣੇ ਨੇ ਜਾਂ ਵਿਧਾਨ ਸਭਾ 'ਚ ਬੰਦੇ ਜਾਣੇ ਨੇ, ਉਹਦੇ ਅੱਧੇ ਬੰਦੇ 50% ਤਾਂ ਪਾਰਟੀਆਂ ਸੂਚੀ ਜਾਰੀ ਕਰ ਦਿੰਦੀਆਂ ਨੇ ਕਿ ਸਾਡੇ ਆਹ ਬੰਦੇ ਹੋਣਗੇ, ਜੇ ਇੰਨੇ ਜਿੱਤੇ ਤਾਂ। ਮੰਨ ਲਓ ਸਾਡੇ 117 ਨੇ, 117 'ਚੋਂ ਤੁਸੀਂ 60 ਬੰਦੇ ਵੀ 70 ਮਤਲਬ 59 ਬੰਦੇ ਇਹੋ ਜਿਹੇ ਦਿੰਦੇ ਹੋ ਕਿ ਆਹ 59 ਬੰਦੇ ਜਿਹੜੇ ਮੇਰੇ ਨੇ, ਆਹ ਟੌਪ ਲਿਸਟ ਹੈ, 117 ਦੀ ਦੇ ਰਹੇ ਹਾਂ, ਜੇ ਵੋਟਾਂ ਸਾਨੂੰ ਵੱਧ 50 ਜੋਗੀਆਂ ਪੈਂਦੀਆਂ ਤਾਂ ਉੱਪਰਲੇ 50 ਸਾਡੇ MLA ਹੋਣਗੇ, ਤੇ ਬਾਕੀ ਦੇ ਸਿੱਧੀ ਚੋਣ ਨਾਲ ਚੁਣੇ ਜਾਂਦੇ ਨੇ 50, ਜਿਹੜੇ ਜਿਵੇਂ ਆਪਣੇ ਆਮ ਅਸੈਂਬਲੀ ਤੇ ਪਾਰਲੀਮੈਂਟ ਦੇ ਵਿੱਚ ਚੁਣੇ ਜਾਂਦੇ ਨੇ। ਇਹਦੇ ਨਾਲ ਕੀ ਹੁੰਦਾ ਫਿਰ ਅਨੁਪਾਤਕ ਪ੍ਰਤੀਨਿਧਤਾ ਨਾਲ? ਮੰਨ ਲਓ ਇੱਕ ਛੋਟੀ ਪਾਰਟੀ, ਉਹ ਛੋਟੀ ਪਾਰਟੀ ਨੂੰ 2 ਲੱਖ ਵੋਟ ਪੈਂਦੀ, ਤਾਂ ਉਹਦੇ 2 ਨੁਮਾਇੰਦੇ ਤਾਂ ਜਾਣਗੇ ਨਾ, ਪੂਰੇ ਪੰਜਾਬ 'ਚੋਂ ਪੈਂਦੀ। ਜੇ ਉਸ ਛੋਟੀ ਪਾਰਟੀ ਨੂੰ 10 ਲੱਖ ਵੋਟ ਵੀ ਪੈ ਗਈ 100 ਹਲਕਿਆਂ 'ਚੋਂ, ਕਿਦੋਂ 20-20 ਹਜ਼ਾਰ, ਉਹਦਾ ਕੋਈ ਨੁਮਾਇੰਦਾ ਨਹੀਂ ਜਾਊਗਾ।
ਤੇ ਇਹਦਾ ਮਤਲਬ ਲੋਕਾਂ ਦੇ ਬਿੱਲ ਜਿਹੜੀ ਹੈ, ਲੋਕਾਂ ਦੀ ਨੁਮਾਇੰਦਗੀ ਕਿਵੇਂ ਕਰਨੀ ਹੈ। ਡੈਮੋਕ੍ਰੇਸੀ ਦਾ ਮਤਲਬ ਲੋਕ ਵੱਧ ਤੋਂ ਵੱਧ ਲੋਕਾਂ ਦੀ ਨੁਮਾਇੰਦਗੀ ਹੋਵੇ। ਇਹਦੇ 'ਚ ਕੀ ਹੋ ਜਾਂਦਾ ਹੁਣ, ਜਿਵੇਂ ਦਿੱਲੀ ਦੇ ਤਖਤ ਦਾ ਸਵਾਲ ਹੈ, ਕਿਉਂਕਿ ਉਹਨਾਂ ਨੇ ਹਿੰਦੂਤਵ ਏਜੰਡੇ ਤੇ ਕੁਝ ਜਿਹੜੀ ਘੱਟੋ ਘੱਟ ਉੱਤਰੀ ਭਾਰਤ ਦੇ ਜਿਹੜੀਆਂ ਵੱਡੀਆਂ ਸਟੇਟਾਂ ਨੇ, ਯੂਪੀ ਹੈ, ਬਿਹਾਰ ਹੈ ਜਾਂ ਬਾਕੀ ਦੀਆਂ ਚੀਜ਼ਾਂ ਨੇ, ਉਹਨਾਂ ਨੇ ਉੱਥੋਂ 100% ਵਾਂਗ ਵੋਟ ਆਪਣੇ ਪਿੱਛੇ ਲਾ ਲਈ, 100% ਵਾਂਗ, ਬਾਕੀ ਹਰਾਤੇ ਜਿਹੜੇ ਉਸ। ਹੁਣ ਮੋਦੀ ਇਹ ਕਹਿ ਰਿਹਾ 138 ਕਰੋੜ ਭਾਰਤੀयों का ਸਮਰਥਨ ਹੈ। ਸਮਰਥਨ ਤਾਂ ਅਜੇ ਵੀ 50% ਵੋਟਰਾਂ ਦਾ ਵੀ ਨਹੀਂ, 138% ਦਾ ਕਿਵੇਂ ਹੈ? ਕਿਉਂਕਿ ਉਹ ਵਿਰੋਧੀ ਵੋਟਾਂ ਕੱਟੀਆਂ ਗਈਆਂ, ਤੁਹਾਨੂੰ ਘੱਟ ਮਿਲੀਆਂ ਨੇ, ਤੁਹਾਡਾ ਉੱਥੇ ਹੋ ਗਿਆ, ਬਾਕੀਆਂ ਦੀ ਨੁਮਾਇੰਦਗੀ ਉਹ ਹੈ ਨਹੀਂ। ਬਾਕੀ ਕਿੱਧਰ ਜਾਣਗੇ? ਹੁਣ ਮੁਸਲਿਮ ਜਿਹੜੇ ਮੁਸਲਿਮ 14% ਆ, 14 ਕਰੋੜ ਆਬਾਦੀ ਹੈ, 14%, 17-18 ਕਰੋੜ ਆਬਾਦੀ ਹੈ। 78 ਮੈਂਬਰੀ ਕੈਬਨਿਟ 'ਚ ਕੇਵਲ ਇੱਕ ਬੰਦਾ ਹੈ। ਕਿਹੜੀ ਬਰਾਬਰ ਦੀ ਪ੍ਰਤੀਨਿਧਤਾ? ਜੇ ਬਰਾਬਰ ਦੀ ਪ੍ਰਤੀਨਿਧਤਾ ਦੇਣੀ ਹੈ, ਇਹਦੇ ਨਾਲ ਕੀ ਹੁੰਦਾ? ਘੱਟ ਗਿਣਤੀਆਂ, ਕਬਾਇਲੀ, ਔਰਤਾਂ, ਹੋਰ ਜਿਹੜੇ ਪਛੜੇ ਹੋਏ ਵਰਗ ਨੇ, ਉਹਨਾਂ ਦੀ ਨੁਮਾਇੰਦਗੀ ਨਹੀਂ ਹੁੰਦੀ ਉੱਥੇ। ਇਹ ਨੁਮਾਇੰਦਗੀ ਵਾਸਤੇ ਜਿਹੜੀ ਅਨੁਪਾਤਕ ਪ੍ਰਤੀਨਿਧਤਾ ਦਾ ਅਸੂਲ ਹੈ, ਪ੍ਰੋਪੋਰਸ਼ਨਲ ਰਿਪਰੈਜ਼ੈਂਟੇਸ਼ਨ ਹੈ, ਤਾਂ ਕਿ ਜਿੰਨੀ ਉਹਨਾਂ ਦੀ ਆਬਾਦੀ ਤੇ ਵੋਟ ਹੈ, ਉਨੇ ਨੁਮਾਇੰਦੇ ਪਾਰਲੀਮੈਂਟਾਂ ਤੇ ਅਸੈਂਬਲੀਆਂ 'ਚ ਤੇ ਮਿਨਿਸਟਰੀਆਂ 'ਚ ਹੋਣ। ਇਹ ਬਹੁਤ ਵੱਡਾ ਡੈਮੋਕ੍ਰੇਸੀ ਦਾ ਵੱਡਾ ਅਸੂਲ ਹੈ। ਇਹ ਸੋਧ ਬਹੁਤ ਜ਼ਰੂਰੀ ਹੈ ਸਾਡੇ ਵਰਗੇ ਬਨਸਬੰਨੇ ਦੇਸ਼ ਦੇ ਵਿੱਚ, ਨਹੀਂ ਤਾਂ ਇਹ ਮਤਲਬ ਅਧੂਰੀ ਲੰਗੜੀ ਡੈਮੋਕ੍ਰੇਸੀ ਹੈ, ਇਹਦੇ ਵਿੱਚ ਰੌਲੇ ਰੱਪੇ ਪੈਂਦੇ ਹੀ ਰਹਿਣਗੇ। ਇਸ ਦੇਖੋ ਸਵਾਲ ਹੈ ਕਿ ਹੁਣ ਚਰਚਾ ਛਿੜ ਜਾਂਦੀ ਹੈ ਕਿ ਜਿਹੜਾ ਅਮੀਰ ਵਿਅਕਤੀ ਚੋਣ ਵੋਟ ਨਹੀਂ ਕਰਦਾ, ਅਮੀਰ ਵਿਅਕਤੀ ਵੋਟ ਨਹੀਂ ਕਰਦਾ, ਇਹ ਗਰੀਬ ਤਬਕਾ ਵੋਟ ਕਿਉਂ ਜ਼ਿਆਦਾ ਕਰਦਾ? ਜਾਂ ਅਮੀਰ ਵਿਅਕਤੀ ਨੂੰ ਪਤਾ ਹੁੰਦਾ ਵੀ ਮੈਂ ਵੋਟ ਕਰਕੇ ਕਰਨਾ ਕੀ ਹੈ, ਚੱਲਣਾ ਤਾਂ ਮੇਰੇ ਹਿਸਾਬ ਨਾਲ ਹੀ ਹੈ? ਨਹੀਂ, ਉਹ ਇਸੇ ਕਰਕੇ ਨਹੀਂ ਕਰਦਾ ਕਿਉਂਕਿ ਜਿਹੜਾ ਡੈਮੋਕ੍ਰੇਸੀ ਦਾ ਮਾਡਲ ਹੈ ਸਾਡਾ, ਉਹ ਫਾਲਟੀ ਹੈ। ਸਾਡਾ ਚੋਣ ਪ੍ਰਣਾਲੀ ਫਾਲਟੀ ਹੈ, ਉਹਦੇ 'ਚ ਨੁਕਸਦਾਰ ਹੈ। ਗਰੀਬ ਬੰਦੇ ਨੂੰ ਤਾਂ ਇਹ ਲੱਗਦਾ ਹੈ ਕਿ ਮੇਰੇ ਕੋਲ ਹੋਰ ਕੋਈ ਤਾਕਤ ਨਹੀਂ ਹੈ। ਸਾਡਾ ਦੇਸ਼ ਕਿਵੇਂ ਚੱਲਦਾ? ਇਹ ਤਾਕਤ ਦੇ ਸਹਾਰੇ ਚੱਲਦਾ। ਸਿਆਸਤ ਵੀ ਤਾਕਤ ਦਾ ਤਵਾਜ਼ਨ ਹੁੰਦਾ, ਸਮਤੋਲ ਹੁੰਦਾ ਹੈ, ਜਿਹਦੇ ਹੱਥ 'ਚ ਹੈ। ਕਿਸੇ ਕੋਲ ਪੈਸੇ ਦੀ ਤਾਕਤ ਹੈ, ਕਿਸੇ ਕੋਲ ਕੁਰਸੀ ਦੀ ਤਾਕਤ ਹੈ, ਐਡਮਿਨਿਸਟ੍ਰੇਟਿਵ ਜੌਬ ਹੈ ਜਾਂ ਕੋਈ ਅਹੁਦਾ ਹੈ ਜਾਂ ਕੋਈ ਬਾਕੀ ਦੀਆਂ ਚੀਜ਼ਾਂ ਨੇ। ਕਿਸੇ ਕੋਲ ਅਲੱਗ ਟਾਈਪ ਦਾ ਕੋਈ ਸਮਾਜਿਕ ਰੁਤਬੇ ਨੇ, ਮੈਂ ਉੱਚੀ ਜਾਤ ਦਾ, ਮੈਂ ਉੱਚੀ ਜਗ੍ਹਾ ਬੈਠਾ, ਮੈਂ ਫਲਾਨਾ, ਕੋਈ ਵੀ ਚੀਜ਼ਾਂ ਹੋਣਗੀਆਂ। ਜਿਹੜਾ ਗਰੀਬ ਆਦਮੀ ਉਹਦੇ ਕੋਲ ਕਾਹਦੀ ਤਾਕਤ ਹੈ? ਕੋਈ ਨਹੀਂ। ਉਹਨੂੰ ਇੱਕ ਦਿਨ ਲੱਗਦਾ 5 ਸਾਲ ਬਾਅਦ ਜਿਹੜੇ ਆਮ ਲੀਡਰ ਨੇ ਉਹਨਾਂ ਦੇ ਘਰ ਜਾਣਾ ਸ਼ੁਰੂ ਕਰਦੇ ਨੇ ਵੀ ਤੂੰ ਵੀ ਸਾਡਾ ਬਰਾਬਰ ਦਾ ਬੰਦਾ, ਉਹਨੂੰ ਜੱਫੀ ਪਾਉਣਾ ਸ਼ੁਰੂ ਕਰਦੇ ਨੇ। ਜਿਹਨੂੰ ਸੂਗ ਆਉਂਦੀ ਆ ਦੂਰੋਂ, ਉਹਨੂੰ ਅੰਦਰ ਨਹੀਂ ਵੜਨ ਦਿੰਦੇ। ਪਰ ਵੋਟਾਂ ਵਾਲਾ ਇਹ ਮਹੀਨਾ ਕੁ ਹੁੰਦਾ ਜਦੋਂ ਉਹਨੂੰ ਵੀ ਗੱਲ ਨਾਲ ਲਾਉਂਦੇ ਨੇ, ਤਾਂ ਉਹ ਫੀਲ ਕਰਦਾ ਕਿ ਮੈਂ ਵੀ ਪਾਵਰਫੁਲ। ਜੇ ਉਹ ਵੀ ਵੋਟ ਪਾਉਣਾ ਬੰਦ ਕਰ ਦੂਗਾ ਤਾਂ ਉਹਦੀ ਉਹ ਫੀਲਿੰਗ ਵੀ ਚਲੀ ਜਾਏਗੀ ਤੇ ਉਹਦੀ ਸਦਪੁੱਛ ਵੀ ਬੰਦ ਹੋ ਜਾਏਗੀ। ਜਿਹੜਾ ਹੈਗਾ ਅਮੀਰ ਆਦਮੀ, ਉਹਨੂੰ ਪਤਾ ਹੈ ਕਿ ਇੱਥੇ ਵੋਟ ਦਾ ਕੋਈ ਮੁੱਲ ਨਹੀਂ ਹੈ। ਉਸ ਪੱਧਰ ਦੇ ਉੱਤੇ ਵੋਟ ਦੇ ਲਿਹਾਜ਼ ਨਾਲ ਫੈਸਲੇ ਨਹੀਂ ਹੁੰਦੇ। ਫੈਸਲੇ ਇੱਥੇ ਕਰਪਸ਼ਨ ਦੇ ਜ਼ਰੀਏ ਹੁੰਦੇ ਨੇ, ਫੈਸਲੇ ਇੱਥੇ ਦੂਜੀ ਪਾਵਰ ਨੂੰ ਦੇਖ ਕੇ ਹੁੰਦੇ ਨੇ। ਉਹ ਆਪਣੇ ਕੋਲ ਹੈਗੀ ਹੈ, ਆਪਾਂ ਉਹਨੂੰ ਫੰਡ ਦੇ ਦਾਂਗੇ ਜ਼ਿਆਦਾ, ਆਪੀ ਆਪਣੇ ਕੋਲ ਆਊਗਾ। ਕਿਉਂਕਿ ਚੋਣਾਂ ਇੰਨੀਆਂ ਖਰਚੀਲੀਆਂ ਹੋ ਗਈਆਂ ਨੇ, ਗਰੀਬ ਆਦਮੀ ਫੰਡ ਨਹੀਂ। ਸਾਡੇ ਦੇਸ਼ ਦੇ ਵਿੱਚ ਅਜੇ ਬਹੁਤਾ ਦੇਰ ਨਹੀਂ ਹੋਈ, 30-35 ਸਾਲ ਪਹਿਲਾਂ ਤੱਕ ਜਿਹੜੇ ਵੀ ਬੰਦੇ ਆਉਂਦੇ ਹੁੰਦੇ ਸੀ ਵੋਟਰ ਹਰੇਕ ਪਾਰਟੀ ਦਾ, ਪਿੰਡਾਂ ਦੇ ਬੰਦੇ, ਮੁਹੱਲਿਆਂ ਦੇ ਬੰਦੇ ਆਪਦਾ 100-100 200 ਰੁਪਇਆ ਇਕੱਠਾ ਕਰਕੇ ਕੋਈ 5100 ਦੀ ਥੈਲੀ ਭੇਟ ਕਰਦਾ ਸੀ, ਕੋਈ 3100 ਦੀ ਕਰਦਾ ਸੀ, ਕੋਈ ਵੀ ਤੂੰ ਚੋਣ ਲੜ, ਤੂੰ ਸਾਡਾ ਬੰਦਾ, ਅਸੀਂ ਤੇਰੇ ਨਾਲ। ਹੁਣ ਇਹ ਕਦੇ ਦੇਖਿਆ? ਹੁਣ ਉੱਪਰੋਂ ਪੈਸਾ ਜਾਂਦਾ ਆਪਣੇ ਕਰਿੰਦਿਆਂ ਕੋਲ। ਜਿਹੜਾ ਵੀ ਬੰਦਾ ਹੇਠਾਂ ਬੈਠਾ ਗਿਆ ਤਾਂ ਪੰਚ ਸਰਪੰਚ, ਉਹਨੂੰ ਕਹਿੰਦੇ ਨੇ ਪੈਸੇ ਜਿੰਨੇ ਮਰਜ਼ੀ, ਸ਼ਰਾਬ ਦੇ ਡੱਬੇ ਜਿੰਨੇ ਮਰਜ਼ੀ, ਭੁੱਕੀ ਜਿੰਨੀ ਮਰਜ਼ੀ, ਜਿੰਨਾ ਮਰਜ਼ੀ ਨਸ਼ਾ ਲੈ ਲੈ, ਪਰ ਵੋਟ ਨਹੀਂ ਕਿਧਰੇ ਜਾਣੀ ਚਾਹੀਦੀ। ਪੈਸੇ ਦੀ ਪਰਵਾਹ ਨਾ ਕਰੀ, ਉੱਪਰੋਂ ਆ ਜਾਊਗਾ। ਇਸੇ ਕਰਕੇ ਵੋਟ ਦਾ ਟੋਟਲ ਪੈਮਾਨਾ ਬਦਲ ਗਿਆ। ਹੁਣ ਨੋਟ ਦਾ ਦੌਰ ਹੈ, ਵੋਟ ਦਾ ਦੌਰ ਨਹੀਂ ਹੈ। ਇਸੇ ਲਈ ਨਸ਼ਾ ਜਿਹੜਾ ਫੈਲਦਾ ਹੈ, ਨਸ਼ਾ ਸਾਰੇ ਸਿਆਸਤਦਾਨ ਇਕੱਲੇ ਤੌਰ 'ਤੇ ਸਹੁੰ ਪਵਾ ਦਿੱਤੀ ਜਾਏ ਕਿ ਅਸੀਂ ਵੋਟਾਂ 'ਚ ਨਸ਼ਾ ਨਹੀਂ ਵੰਡਾਂਗੇ ਕਿਸੇ ਵੀ ਟਾਈਪ ਦਾ, ਹਾਰੀਏ ਜਾਂ ਜਿੱਤੀਏ, ਪੰਜਾਬ ਦੇ ਨਸ਼ੇ ਦਾ 50% ਮਾਮਲਾ ਹੱਲ ਹੋ ਜਾਊ। ਸਹੁੰ ਦੀ ਗੱਲ ਕਰਦੇ ਹਾਂ, ਸਹੁੰ ਤਾਂ ਉਹ ਵੀ ਚੱਕਦੇ ਨਾ, ਜਦੋਂ MP MLA ਚੁਣ ਕੇ ਜਾਂਦੇ ਨੇ, ਉਹ ਵੀ ਤਾਂ ਸਹੁੰ ਚੱਕਦੇ ਵਿਧਾਨ ਸਭਾ ਜਾਂ ਉੱਥੇ। ਵਿਧਾਨ ਸਭਾ ਦੇ ਉਹ ਨਸ਼ੇ ਦੀ ਨਹੀਂ, ਤਾਂ ਮੈਂ ਇਹ ਗੱਲ ਕਰਦਾ ਕਿ ਉਹ ਕਹਿਣ, ਉਹ ਤਾਂ ਦਿਖਣਗੇ ਨਾ ਫਿਰ ਵੰਡਦੇ ਹੋ ਕਿ ਨਹੀਂ, ਵੋਟਾਂ ਤੋਂ ਪਹਿਲਾਂ ਹੀ ਦਿਖ ਜਾਣਗੇ। ਦੂਜਾ ਤਾਂ ਜਿੱਤ ਕੇ ਜਾ ਕੇ ਗਲਤ ਸਹੁੰ ਚੱਕੋ, ਅਲੱਗ ਸਵਾਲ ਹੈ। ਜਦੋਂ ਪਹਿਲਾਂ ਤੋਂ ਤੁਸੀਂ ਸਹੁੰ ਚੱਕੋਗੇ ਕਿਤੇ ਵੀ, ਜੋ ਵੀ ਜਿਹਨੂੰ ਤੁਸੀਂ ਮੰਨਦੇ ਹੋ ਉੱਥੇ ਜਾ ਕੇ ਸਹੁੰ ਚੱਕੋ ਕਿ ਮੈਂ, ਮੇਰੀ ਪਾਰਟੀ ਜਾਂ ਮੈਂ ਜੇ ਨੁਮਾਇੰਦਾ, ਮੈਂ ਨਸ਼ਾ ਨਹੀਂ ਵੰਡੂੰਗਾ, ਨਾ ਪੈਸਿਆਂ ਨਾਲ ਵੋਟ ਖਰੀਦੂੰਗਾ, ਤੇ ਲੋਕਾਂ ਨੂੰ ਚੱਲਦੇ ਦਿਖ ਜਾਣਗੇ। ਤੇ ਉਸ ਤੋਂ ਬਾਅਦ ਪਤਾ ਲੱਗ ਜੂਗਾ ਕਿ ਜੈਨੂਅਨ ਬੰਦਾ ਕੌਣ ਹੈ, ਤਾਂ ਜੈਨੂਅਨ ਜਿੱਤਣ ਲੱਗ ਜਾਣਗੇ। ਇਸ ਕਰਕੇ ਇੱਕ ਤਾਂ ਇਹ ਬਹੁਤ ਬੜਾ ਕੁਐਸਚਨ, ਪੈਸੇ ਦਾ ਦਾਖਲ, ਚੋਣਾਂ ਦੀ ਜਿਹੜੀ ਪ੍ਰਤੀਨਿਧਤਾ ਠੀਕ ਤਰੀਕੇ ਨਾਲ ਨਾ ਮਿਲਣਾ, ਤੇ ਇੱਕ ਰਾਈਟ ਟੂ ਰੀਕਾਲ ਦਾ ਸਵਾਲ ਹੈ ਕਿ ਵਾਪਸ ਬੁਲਾਉਣ ਦਾ ਹੱਕ ਉਹਨਾਂ ਲੋਕਾਂ ਨੂੰ ਹੋਣਾ ਚਾਹੀਦਾ ਜਿਹੜੇ ਲੋਕ ਚੁਣਦੇ ਨੇ। ਤੇ ਇਹ ਕਿਉਂ ਨਹੀਂ ਹੋਣਾ ਚਾਹੀਦਾ? ਮੰਨ ਲਓ
ਹੇਠਾਂ ਇੱਕੋ ਹੀ ਗੱਲ ਮੰਗਾ ਇਦੋਂ ਹੈਗਾ ਇਹ ਸਾਡੇ ਅਸੂਲ ਅਧੂਰਾ ਅਸੂਲ ਹੈਗਾ। ਮੰਨ ਲਓ ਅੱਜ ਨਰਿੰਦਰ ਮੋਦੀ ਨਾਲ ਜਿਹੜੀ ਉਹਦੀ ਪਾਰਟੀ ਹੈ ਉਹ ਬਹੁ ਗਿਣਤੀ ਹਟ ਜੇ, ਉਹਨੂੰ ਹਟਣਾ ਪਊ ਨਾ। ਅਮਰਿੰਦਰ ਸਿੰਘ ਨਾਲ ਕੀ ਹੋਇਆ? ਅਮਰਿੰਦਰ ਸਿੰਘ ਨੂੰ ਕਹਿ ਦਿੱਤਾ ਗਿਆ ਕਿ ਸਾਡੀ ਪਾਰਟੀ ਭਾਈ ਤੇਰੇ ਨਾਲ ਨਹੀਂ ਹੋਣਾ ਹੈ ਬਹੁ ਗਿਣਤੀ, ਅਸਤੀਫਾ ਦੇਣਾ ਪਿਆ ਨਾ। ਇਹ ਰਾਈਟ ਟੂ ਰੀਕਾਲ ਹੀ ਹੈ, ਪਰ ਇਹ ਹੱਕ ਪਾਰਟੀ ਨੂੰ ਜਾਂ ਚੁਣੇ ਗਏ MLA ਤੱਕ ਸੀਮਤ ਹੈ। ਇਹ ਹੱਕ ਹੇਠਾਂ ਦੇ ਦਿਓ ਲੋਕਾਂ ਨੂੰ ਜਿਨ੍ਹਾਂ ਨੇ ਤੁਹਾਨੂੰ ਓਰੀਜਨਲੀ ਚੁਣਿਆ, ਆਪੋ ਆਪਣਾ ਬੰਦਾ ਵਾਪਸ ਬੁਲਾਉਣ ਦਾ। ਫਿਰ ਡੈਮੋਕ੍ਰੇਸੀ ਮਜ਼ਬੂਤ ਹੋਊਗੀ ਜਾਂ ਬਾਕੀ ਡੈਮੋਕ੍ਰੇਸੀ ਮਜ਼ਬੂਤ ਹੁੰਦੀ ਹੈ। ਇਹੀ ਹੱਕ, ਇਹੀ ਗੱਲ ਇੱਕ ਇਹਦੇ ਨਾਲ ਵਾਪਰਦੀ ਹੈ ਜਿਹੜਾ ਚੋਣ ਮੈਨੀਫੈਸਟੋ ਹੈ। ਜੋ ਮਰਜ਼ੀ ਵਾਅਦੇ ਕਰ ਦਿਓ, ਘਰ ਘਰ ਰੁਜ਼ਗਾਰ ਦਿਆਂਗੇ, ਪੂਰਾ ਕਰਜ਼ਾ ਮਾਫ ਕਰਾਂਗੇ, ਬੇਅਦਬੀ ਦਾ ਦੋਸ਼ੀ ਫੜ ਲਾਂਗੇ, ਨਸ਼ਾ 4 ਹਫ਼ਤਿਆਂ 'ਚ ਲੱਕ ਤੋੜ ਦਾਂਗੇ, ਪਰ ਕੋਈ ਵੀ ਕਿਤੇ ਗੱਲ ਨਾ ਹੋਏ। ਇਹ ਕਿਉਂ ਲੀਗਲ ਡਾਕੂਮੈਂਟ ਨਹੀਂ ਹੋਣਾ ਚਾਹੀਦਾ? ਅਮਾਨਤ 'ਚ ਖਿਆਨਤ ਹੁੰਦੀ ਹੈ ਜਦੋਂ ਤੁਸੀਂ ਭਰੋਸਾ ਤੋੜਦੇ ਹੋ ਲੋਕਾਂ ਦਾ। ਤੇ ਜੇ ਇਹ ਲੀਗਲ ਤੇ ਕਾਨੂੰਨੀ ਦਸਤਾਵੇਜ਼ ਬਣਦਾ ਹੈ, ਉਸ ਪਾਰਟੀ ਦੀ ਰਜਿਸਟ੍ਰੇਸ਼ਨ ਖਤਮ ਹੋਵੇ, ਜਿਹੜੀ ਪਾਰਟੀ ਮਤਲਬ ਨਹੀਂ ਉਹਨੂੰ ਲਾਗੂ ਕਰਦੀ। ਜੇ ਕੋਈ ਬੰਦਾ ਕ ਨਹੀਂ ਕਰਦਾ, ਜਿਹੜਾ MLA ਜਾਂ MP ਹੈ, ਉੱਥੇ ਪਾਬੰਦੀ ਹੋਵੇ ਅੱਗੇ ਤੋਂ ਚੋਣ ਲੜਨ ਤੇ ਸਜ਼ਾਯੋਗ ਅਪਰਾਧ ਹੋਵੇ, ਤਾਂ ਜਾ ਕੇ ਕੋਈ ਅਗਲਾ ਚੋਣ ਵਾਅਦੇ ਪੂਰੇ ਉਨੇ ਕੁ ਕਰੂਗਾ ਨਾ ਜਿੰਨੇ ਕੁ ਕਰ ਸਕਦਾ ਹੋਊ, ਜਿੰਨਾ ਕੁ ਪ੍ਰੈਕਟੀਕਲ ਕਰ ਸਕਦਾ ਹੋਊਗਾ। ਇਹ ਸਾਰੇ ਮਾਹੌਲ ਦੇ ਨਾਲ ਨਾਲ ਹੀ ਜਿਹੜੀਆਂ ਬਾਕੀ ਦੀਆਂ ਗੱਲਾਂ ਨੇ, ਬਹੁਤ ਦੁਨੀਆ ਦੇ ਦੇਸ਼ਾਂ ਦੇ ਵਿੱਚ ਹਰ ਬੰਦੇ ਨੂੰ ਜਿਹੜਾ ਨਾਗਰਿਕ ਹੈ ਵੋਟ ਪਾਉਣਾ ਕੰਪਲਸਰੀ ਹੈ। ਅੱਛਾ ਸਰ, ਮੈਂ ਇੱਕ ਸਵਾਲ, ਤੁਸੀਂ ਨਸ਼ੇ ਦੀ ਗੱਲ ਕੀਤੀ ਹੈ, ਸਿਆਸਤ ਦੇ ਦਾਨ ਦੇ ਲੋਕਾਂ ਨੂੰ ਲੈ ਕੇ, ਪਰ ਲੋਕ ਵੀ ਤਾਂ ਸਮਝਣ ਨਾ, ਜੇ ਕੋਈ ਸਿਆਸਤਦਾਨ ਵੋਟਾਂ ਪਿੱਛੇ ਨਸ਼ਾ ਵੰਡ ਰਿਹਾ, ਠੀਕ ਹੈ, ਉਹ ਵੰਡ ਰਿਹਾ, ਜਾਂ ਲੋਕੀ ਕਹਿੰਦੇ ਨੇ ਉਹ ਵੰਡਦਾ ਅਸੀਂ ਲੈ ਲੈਂਦੇ ਹਾਂ, ਜਾਂ ਪਤਾ ਸਿਆਸਤਦਾਨਾਂ ਨੂੰ ਵੀ ਅਸੀਂ ਵੰਡਾਂਗੇ ਉਹ ਲੈ ਲੈਣਗੇ ਨਸ਼ਾ। ਗੱਲ ਤਾਂ ਇੱਥੇ ਫਸੀ ਨਾ। ਫਿਰ ਲੋਕ ਕਿਉਂ ਨਹੀਂ ਸਮਝਦੇ ਵੀ ਅਸੀਂ ਨਸ਼ੇ ਜਾਂ ਪੈਸੇ ਪਿੱਛੇ ਲੱਗ ਕੇ ਵੋਟ ਨਹੀਂ ਪਾਣੀ? 5 ਸਾਲ ਵਿੱਚ ਇੱਕ ਵਾਰੀ ਮੌਕਾ ਮਿਲਦਾ ਹੈ ਵੀ ਅਸੀਂ ਆਦਾ ਸਹੀ ਸਿਆਸਤਦਾਨ ਚੁਣੀਏ, ਪਰ ਲੋਕ ਕਿਉਂ ਨਹੀਂ ਸਮਝਦੇ? ਨਹੀਂ, ਲੋਕਾਂ ਵਾਲੇ ਪਾਸਿਓਂ ਵੀ ਤਬਦੀਲੀ ਦੀ ਲੋੜ ਹੈ, ਪਰ ਜੇ ਲੋਕਾਂ ਵਾਲੇ ਪਾਸਿਓਂ ਤਬਦੀਲੀ ਆਊਗੀ ਤਾਂ ਇਹ ਸਿਆਸਤਦਾਨ ਬਚਣੇ ਨਹੀਂ, ਨਵੇਂ ਸਿਆਸਤਦਾਨ ਆਉਣਗੇ, ਹੈ ਨਾ। ਇਹਨਾਂ ਨੇ ਨਹੀਂ ਚੱਲਣਾ ਪਿਆ, ਕਿਉਂਕਿ ਇਹਨਾਂ ਕੋਲ ਕੁਝ ਹੋਰ ਹੀ ਨਹੀਂ, ਨਾ ਇਹਨਾਂ ਨੂੰ ਸਮਝ ਆ ਉਸ ਪੱਧਰ ਦੀ। ਪਰ ਕਿਉਂਕਿ ਲੀਡਰ ਹੈ, ਲੀਡਰ ਆਪਣੇ ਰੋਲ ਤੋਂ ਬਚ ਨਹੀਂ ਸਕਦਾ। ਜਿਹੜਾ ਬੰਦਾ ਕਹਿੰਦਾ ਨਾ ਆਗੂ ਆ, ਲੱਖਾਂ ਬੰਦਾ ਮੇਰੇ ਨਾਲ ਹੈ, ਉਹਦੀ ਜ਼ਿੰਮੇਵਾਰੀ ਇੱਕ ਸਧਾਰਨ ਬੰਦੇ ਦੇ ਬਰਾਬਰ ਨਹੀਂ ਹੁੰਦੀ, ਉਹਦੀ ਜ਼ਿੰਮੇਵਾਰੀ ਉਦੋਂ ਵੱਡੀ ਹੁੰਦੀ ਹੈ। ਕੋਈ ਕਹਿੰਦਾ ਕਿ ਮੈਂ ਇਹ ਕਰਦਾ, ਜਦੋਂ ਤੁਸੀਂ ਇੱਕ ਧਾਰਮਿਕ ਆਗੂ ਬੈਠਾ ਹੋਵੇ ਕਿਤੇ ਕਿ ਮੈਂ ਵੈਲਿਊ ਸਿਸਟਮ ਸਿਖਾ ਰਿਹਾ, ਉਹਨੂੰ ਜੂਆ ਖੇਡਦੇ ਨੂੰ ਤੇ ਸ਼ਰਾਬ ਪੀਂਦੇ ਨੂੰ ਤੇ ਜਬਰ ਜਨਾਹ ਕਰਦੇ ਨੂੰ ਫੜ ਲਿਆ ਜਾਵੇ, ਉਹਦੀ ਸਜ਼ਾ ਤੇ ਇੱਕ ਸਧਾਰਨ ਬੰਦੇ ਦੀ ਸਜ਼ਾ ਬਰਾਬਰ ਹੋਣੀ ਚਾਹੀਦੀ ਹੈ, ਕਿਉਂਕਿ ਉਹ ਪ੍ਰੀਚ ਕਰ ਰਿਹਾ, ਉਹਦੇ ਤੇ ਲੋਕ ਵਿਸ਼ਵਾਸ ਕਰ ਰਹੇ ਨੇ। ਜਦ ਉਹ ਹੇਠਾਂ ਗਿਰਦਾ ਤਾਂ ਬੜੇ ਲੋਕਾਂ ਦਾ, ਲੱਖਾਂ ਲੋਕਾਂ ਦਾ ਮਨ ਟੁੱਟਦਾ, ਮਨੋਬਲ ਟੁੱਟਦਾ। ਇੱਕ ਸਧਾਰਨ ਬੰਦੇ ਦਾ ਉੱਥੇ ਤੱਕ ਹੀ ਕ੍ਰਾਈਮ, ਅਗਲਾ ਕਹਿੰਦਾ ਯਾਰ ਇਹ ਤਾਂ ਬੇਵਕੂਫ ਹੈ, ਛੱਡੋ ਪਰਾਂ। ਪਰ ਜਦ ਲੋਕ ਉਹਨੇ ਜਾਗਰੂਕ, ਇਹ ਜਿਹੜੇ ਸੁਧਾਰਾਂ ਦੀ ਆਪਾਂ ਗੱਲ ਕਰਦੇ, ਇਹ ਲੋਕਾਂ ਨੂੰ ਹੀ ਉਠਾਉਣੇ ਪੈਣਗੇ, ਉੱਪਰੋਂ ਨਹੀਂ ਇਹ ਕਰਨੇ ਕਿਸੇ ਨੇ। ਜੇ ਉਹ ਜਾਗਰੂਕ ਹੋ ਕੇ ਆਪ ਸ਼ੁਰੂ ਕਰਨਗੇ ਜੱਦੋ-ਜਹਿਦ ਤਾਂ ਸ਼ੁਰੂ ਹੋਏਗਾ। ਹੁਣ ਤੁਸੀਂ ਦੇਖੋ ਕਿਸਾਨ ਅੰਦੋਲਨ ਚੱਲ ਰਿਹਾ, ਅੰਦੋਲਨ ਦੇ ਦੌਰਾਨ ਪਾਰਟੀਆਂ ਵਾਲੇ ਪੁੱਛਦੇ ਨੇ ਨਾ ਕਿ ਵਿਧਾਨ ਸਭਾ 'ਚ ਕਿਹੜਾ ਮਤਾ ਲਿਆਉਣਾ, ਸਾਨੂੰ ਦੇ ਦਿਓ ਲਿਖ ਕੇ, ਅਸੀਂ ਕੌਮਾਂ ਬਿੰਦੀ ਵੀ ਨਹੀਂ ਬਦਲਦੇ। ਕਿਉਂ ਪੁੱਛਦੇ ਨੇ? ਕਿਉਂਕਿ ਉਧਰ ਤਾਕਤ ਹੈ। ਇੱਕ ਬਦਲਾਅ ਤਾਂ ਲੋਕਾਂ ਦੇ ਜਾਗਰੂਕਤਾ ਨਾਲ ਹੀ ਆਏਗਾ। ਹੁਣ ਨੋਟੇ ਦਾ ਬਟਨ ਲੱਗ ਗਿਆ, ਨਨ ਆਫ ਦੀ ਅਬਵ, ਉੱਪਰੋਂ ਹੇਠ ਹੈ, ਪਰ ਸਾਡੇ ਰਾਈਟ ਟੂ ਰਿਜੈਕਟ ਨਹੀਂ ਹੈ ਜੀ, ਰਾਈਟ ਟੂ ਰਿਫਿਊਜ਼ ਹੈ ਕਿ ਮੈਂ ਕਿਸੇ ਨੂੰ ਨਹੀਂ ਵੋਟ ਪਾ ਰਿਹਾ ਤੇ ਇਸ ਕਰਕੇ ਮੇਰਾ ਮਨ ਨਹੀਂ ਮੰਨਦਾ, ਮੈਂ ਜਮਹੂਰੀਅਤ ਚਾਹ ਰਿਹਾ। ਉਹਦਾ ਨਤੀਜੇ ਤੇ ਅਸਰ ਨਹੀਂ ਪੈਂਦਾ। ਇਹ ਤਾਂ ਬਟਨ ਵਾਲੇ, ਸਾਰੇ ਬਟਨਾਂ ਨੇ ਇੱਕ ਰਿਜੈਕਟ ਵੀ ਹੋਣਾ ਚਾਹੀਦਾ ਬਟਨ, ਵੀ ਜਿੰਨੀ ਵੀ ਸਿਆਸੀ ਪਾਰਟੀ। ਨਹੀਂ, ਇਹਦੇ ਤੁਸੀਂ ਹੇਠਲਾ ਬਟਨ ਦੱਬ ਦਿਓ, ਉੱਪਰਲਿਆਂ ਨੂੰ ਮਨਾ ਕਰ ਸਕਦੇ ਹੋ, ਪਰ ਉਹ ਰਾਈਟ ਟੂ ਰਿਫਿਊਜ਼ ਆ, ਉਹਦੇ ਨਾਲ ਨਤੀਜੇ ਤੇ ਅਸਰ ਨਹੀਂ ਪੈਂਦਾ। ਰਾਈਟ ਟੂ ਰਿਜੈਕਟ ਦਾ ਕੀ ਹੁੰਦਾ? ਜਿੱਥੇ ਕਿਤੇ ਜਿਹੜੇ ਦੇਸ਼ਾਂ 'ਚ ਕੰਪਲਸਰੀ ਵੋਟ ਹੈ, ਜਿੱਥੇ ਇਹ ਵੀ ਹੈ, ਉਹਦੇ ਨਾਲ ਇਹ ਹੁੰਦਾ ਹੈ ਕਿ ਜੇ ਉਹ ਹੇਠਲੇ ਬਟਨ ਨੂੰ ਵੱਧ ਵੋਟਾਂ ਪੈ ਜਾਂਦੀਆਂ ਨੇ ਤਾਂ ਵੋਟ ਰੱਦ ਮੰਨੀ ਜਾਂਦੀ ਹੈ। ਫਿਰ ਨਵੇਂ ਉਮੀਦਵਾਰਾਂ ਨਾਲ ਹੁੰਦੀ ਹੈ ਕਿ ਤੁਸੀਂ ਤਾਂ ਸਾਰੇ ਕਰੈਕਟ ਰੱਦ ਹੋ, ਤੁਹਾਡੇ ਤੋਂ ਵੱਧ ਤਾਂ ਹੇਠਲੇ ਵੋਟਰ ਨੂੰ ਪੈ ਗਈ ਹੈ। ਇਸ ਲਈ ਸਾਡੇ ਨੋਟਾਂ ਵਾਲੇ ਬਟਨ ਨੂੰ ਰਾਈਟ ਟੂ ਰਿਜੈਕਟ ਤੱਕ ਲਿਜਾਣਾ ਪਊਗਾ। ਜਦੋਂ ਸਾਡਾ ਉਹ ਰਾਈਟ ਟੂ ਰਿਫਿਊਜ਼, ਰਾਈਟ ਟੂ ਰਿਜੈਕਟ 'ਚ ਰੱਦ ਕਰਨ ਤੱਕ ਚਲਾ ਗਿਆ, ਫਿਰ ਸ਼ਾਇਦ ਦੇਖਣਾ, ਮੈਨੂੰ ਲੱਗਦਾ 1-2 ਵਾਰ ਤਾਂ ਲੋਕ ਧੱਕੇ ਨਾਲ ਉਹੀ ਦੱਬਣਗੇ ਜ਼ਿਆਦਾ, ਜਿਹੜਾ ਹੇਠਲਾ ਵੀ ਸਾਰਿਆਂ ਤੋਂ ਤੰਗ ਨੇ ਨਾ। ਜਿਵੇਂ ਆਪਾਂ ਦੇਖਦੇ ਹਾਂ ਪੰਜਾਬ ਕਹਿੰਦਾ ਵੀ ਸਾਰੀਆਂ ਪਾਰਟੀਆਂ ਤੋਂ ਤੰਗ ਆ, ਤਾਂ ਤੁਸੀਂ ਅੱਜ ਕਰਾ ਦਿਓ ਰਾਈਟ ਟੂ ਰਿਜੈਕਟ। ਜੇ ਰਾਈਟ ਟੂ ਰਿਜੈਕਟ ਵਾਲਾ ਬਟਨ ਨਾ ਜਿੱਤ ਗਿਆ ਪੰਜਾਬ ਦੀਆਂ 22 ਚ ਇਲੈਕਸ਼ਨ 'ਚ, ਮੈਨੂੰ ਕਹਿ ਦੇਣਾ, ਕਿਉਂਕਿ ਲੋਕ ਉਧਰ ਵੋਟ ਪਾਉਣਾ ਸ਼ੁਰੂ ਕਰ ਦੇਣਗੇ। ਇਸ ਕਰਕੇ ਉਹ ਧਾਰਨਾ ਡੈਮੋਕ੍ਰੇਸੀ ਜਿਸ ਢੰਗ ਨਾਲ ਅਸੀਂ ਚਲਾਉਣਾ ਚਾਹੁੰਦੇ ਹਾਂ ਤਾਂ ਉਧਰ ਨੂੰ ਲਿਜਾਣੀ ਵੀ ਪਊਗੀ ਨਾ, ਉਸ ਪਾਸੇ ਵੱਲ ਨੂੰ ਵੀ ਤੋਰਨੀ ਪਏਗੀ। ਔਰ ਇਹਦੇ ਨਾਲ ਦੀ ਨਾਲ ਇੱਕ ਹੋਰ ਗੱਲ ਕਰਨ ਦੀ ਲੋੜ ਹੈ, ਜਿਵੇਂ ਹਾਲਾਂਕਿ ਕਈ ਜਗ੍ਹਾ ਕਾਨੂੰਨ ਨਹੀਂ ਬਣੇ ਹੋਏ, ਪਰ ਉਹਨਾਂ ਦੀ ਪਰੰਪਰਾ ਇਹੋ ਜਿਹੀ ਚੱਲਦੀ ਹੈ, ਰਵਾਇਤ ਚੱਲ ਪਈ ਹੈ। ਅਮਰੀਕਾ ਦੇ ਵਿੱਚ ਰਾਸ਼ਟਰਪਤੀ ਦਾ ਸਵਾਲ ਹੈ, ਉਹ 2 ਵਾਰ ਚੁਣਿਆ ਜਾਂਦਾ ਤੇ 2 ਵਾਰ ਤੋਂ ਵੱਧ ਕਹਿੰਦਾ ਬਹੁਤ ਹੈ ਯਾਰ, ਹੁਣ ਕੋਈ ਨਵੇਂ ਨੂੰ ਆਉਣਗੇ। ਸਾਡੇ ਤਾਂ ਮਰਦੇ ਦਮ ਤੱਕ ਕੋਈ ਲੈਂਦਾ ਹੀ ਨਹੀਂ ਹੈ, ਜਿਹਨੂੰ ਮਰਜ਼ੀ ਸਰਪੰਚ ਬਣਾ ਦਿਓ, ਜੇ ਉੱਥੇ ਨਾ ਇੱਧਰ ਉੱਧਰ ਹੋਵੇ ਤਾਂ ਚੱਲੀ ਜਾਂਦਾ ਕੰਮ ਉਸੇ ਤਰੀਕੇ ਦੇ ਨਾਲ। ਕਿਸੇ ਪਾਰਟੀ ਦਾ ਪ੍ਰਧਾਨ ਬਣਾ ਦਿਓ,
ਐਤਕੀ ਵੀ ਕਹਿੰਦੇ ਨੇ ਪ੍ਰਕਾਸ਼ ਸਿੰਘ ਬਾਦਲ ਹੋਣੀ 90 ਸਾਲ ਤੋਂ ਉੱਪਰ ਹੋ ਗਏ ਨੇ, ਵੀ ਸ਼ਾਇਦ ਉਹਨਾਂ ਨੂੰ ਮੂਹਰੇ ਲਾਉਣਾ ਪਵੇ ਅਗਲੇ ਮੁੱਖ ਮੰਤਰੀ ਦੇ ਤੌਰ ਤੇ। ਅਮਰਿੰਦਰ ਸਿੰਘ ਨੇ ਪਹਿਲਾਂ ਵੋਟਾਂ ਲਈਆਂ ਸੀ ਇਹ ਕਹਿ ਕੇ ਕਿ ਮੇਰੀ ਲਾਸਟ ਚੋਣ ਹੈ, ਐਤਕੀ ਫਿਰ ਤਿਆਰ ਹੋ ਗਏ ਸੀ। ਮਤਲਬ ਸਾਡੇ ਤਾਂ ਕਿਤੇ ਕੋਈ ਇਹੋ ਜਿਹੀ ਲਿਮਟ ਹੀ ਨਹੀਂ ਨਾ ਕਿ ਕਿੰਨੇ ਵਾਰ। ਸਰਕਾਰੀ ਵਿਅਕਤੀ ਲਿਮਟ ਹੁੰਦੀ 58-60 ਸਾਲ ਤੋਂ ਬਾਅਦ ਨੌਕਰੀ ਨਹੀਂ ਕਰ ਸਕਦਾ, ਫਿਰ ਸਿਆਸਤਦਾਨ ਕਿਉਂ 90 ਸਾਲ ਤੱਕ? ਪੋਲੀਟੀਕਲ ਸੈਟਅਪ ਦੇ ਵਿੱਚ ਮੈਨੂੰ ਲੱਗਦਾ ਇਹ ਨਹੀਂ, ਸਾਨੂੰ ਚਾਹੀਦਾ ਕਿ ਇੱਕ ਜਿਹੜਾ ਅਹੁਦਾ ਹੈ ਉਹ ਉਹਦੇ ਤੇ 2 ਵਾਰ ਮੌਕਾ ਮਿਲ ਗਿਆ ਬੰਦੇ ਨੂੰ। 10 ਸਾਲ ਹੋ ਗਿਆ ਨਾ, 5-5 ਸਾਲ ਬਹੁਤ ਹੈ। ਜਿੰਨੀ ਉਹਦੀ ਸਮਰੱਥਾ ਹੈ, ਜਿੰਨੀ ਉਹਦੀ એનર્ਜੀ ਹੈ, ਉਹਨੇ ਲਾ ਕੇ ਦੇਖ ਲਈ ਤਾਂ ਉਸੇ ਪਾਰਟੀ ਦੇ ਵਿੱਚੋਂ ਹੋਰਾਂ ਬਾਕੀ ਦੇ ਜਗ੍ਹਾ ਚੋਂ ਵੀ ਤਾਂ ਕੋਈ ਇਹੋ ਜਿਹੇ ਬੰਦੇ ਹੋਣਗੇ ਜਿਹੜੇ ਉਦੋਂ ਬੈਟਰ ਹੈ, ਉਹ ਸਲਾਹਕਾਰ ਬਣਿਆ ਰਹੇ। ਜ਼ਰੂਰੀ ਤਾਂ ਨਹੀਂ ਉਸੇ ਕੰਮ ਨਾਲ, ਜੇ ਉਹਦੀ ਵੀ ਮੰਨਣੀ ਹੈ ਤਾਂ ਵੀ ਸਲਾਹਕਾਰ ਬਣਿਆ ਰਹੇ ਤੇ ਉਹਦੇ 'ਚ ਚੱਲਣ ਦਾ ਸਵਾਲ ਹੈ। ਇਸੇ ਤਰੀਕੇ ਦੇ ਨਾਲ ਇਹ ਤਾਂ ਹੋਏਗਾ ਜੇਕਰ ਪਾਰਟੀਆਂ ਦੀ ਅੰਦਰੂਨੀ ਜਮਹੂਰੀਅਤ ਵਧੂਗੀ। ਸਾਡੇ ਪਾਰਟੀਆਂ ਦੀ ਅੰਦਰਲੀ ਜਮਹੂਰੀਅਤ ਖਤਮ ਹੈ। ਨਾ ਪਾਰਟੀਆਂ ਦੀਆਂ ਕਾਨਫਰੰਸਾਂ ਹੁੰਦੀਆਂ ਨੇ, ਨਾ ਪਾਰਟੀਆਂ ਦੀਆਂ ਚੋਣਾਂ ਹੁੰਦੀਆਂ ਨੇ। ਹੁਣ ਤੁਸੀਂ ਜਿਹੜੀ ਵੀ ਮਰਜ਼ੀ ਪਾਰਟੀ ਦੇਖਦੇ ਹੋ, ਇੱਥੇ ਇੱਕ ਇਕੱਠ ਹੁੰਦਾ ਅਕਾਲੀ ਦਲ ਦੇ ਡੈਲੀਗੇਟਾਂ ਦਾ, ਉਹ ਕਹਿੰਦੇ ਜੀ ਸਾਰੇ ਅਧਿਕਾਰ ਪਾਰਟੀ ਪ੍ਰਧਾਨ ਨੂੰ ਦੇਤੇ, ਇਹ ਜਿਹੜੀ ਮਰਜ਼ੀ ਕਮੇਟੀ ਚੁਣ ਲੈਣ। ਇਸੇ ਤਰ੍ਹਾਂ ਕਾਂਗਰਸੀਆਂ ਦਾ ਹੁੰਦਾ, ਉਹ ਕਹਿੰਦੇ ਸਾਰੇ ਅਧਿਕਾਰ ਸੋਨੀਆ ਗਾਂਧੀ ਨੂੰ ਦੇਤੇ। ਜਿਵੇਂ ਚੀਫ ਮਿਨਿਸਟਰ ਨਿਕਲਿਆ ਟੈਲੀਫੋਨ ਚੋਂ, ਲੋਕਾਂ ਦੇ ਇਲੈਕਸ਼ਨ ਚੋਂ ਥੋੜ੍ਹੀ ਨਿਕਲਦਾ। ਲੋਕਾਂ ਦੇ ਇਲੈਕਸ਼ਨ, ਜੇ ਤੁਸੀਂ ਐਮਐਲਏ ਚੁਣੇ ਨੇ, ਬਲਾਕ ਦੇ ਜ਼ਿਲ੍ਹਿਆਂ ਦੇ ਡੈਲੀਗੇਟ ਚੁਣੇ ਨੇ, ਤਾਂ ਵੋਟਾਂ ਪਵਾ ਲਓ। ਜਿਹਨੂੰ ਬਹੁਤੀਆਂ ਵੋਟਾਂ ਪੈਣ ਉਹ ਤੁਹਾਡਾ ਲੀਡਰ ਬਣ ਜੇ, ਕੀ ਹਰਜ ਹੈ ਜੀ? ਇਹਦੇ 'ਚ ਕੀ ਮਾੜਾ ਕੀ ਹੈ? ਤਾਂ ਹੀ ਉਹ ਸਭ ਤੋਂ ਪਸੰਦੀਦਾ ਹੋਊਗਾ। ਇਹ ਕਾਨੂੰਨੀ ਬਾਈਂਡਿੰਗ ਹੋਣੀ ਚਾਹੀਦੀ ਹੈ। ਕੋਈ ਮਤੇ ਸਤੇ ਪਾ ਕੇ ਕਿ ਫਲਾਣੇ ਨੂੰ ਦੇਤਾ ਰਾਈਟ, ਫਲਾਣੇ ਨੂੰ ਵੋਟਾਂ ਪਵਾਓ ਜੀ। ਚੰਨੀ ਸਾਹਿਬ ਲੋਕਾਂ ਦੀ ਪਸੰਦ ਨੇ ਕਿ ਜਿਹੜੇ ਐਮਐਲਏ ਨੇ ਜਾਂ ਮਿਨਿਸਟਰ ਨੇ ਕੈਬਨਿਟ ਜਿਹੜੇ ਪੰਜਾਬ ਦੇ, ਉਹਨਾਂ ਦੀ ਪਸੰਦ ਹੈ? ਨਹੀਂ, ਇਹ ਤਾਂ ਸਭ ਨੂੰ ਪਤਾ ਕਿਸੇ ਦੀ ਪਸੰਦ ਨਹੀਂ ਸੀਗੇ। ਪਹਿਲਾ ਪਸੰਦ ਤਾਂ 40 ਬੰਦਿਆਂ ਨੇ ਜਾਖੜ ਦੇ ਪੱਖ 'ਚ ਵੋਟ ਪਾਈ। ਚੰਨੀ ਤੀਜੇ ਚੌਥੇ ਨੰਬਰ ਤੇ ਸੀ ਜਿਹਦੇ ਵੋਟ ਪਾਈ। ਨਵਜੋਤ ਸਿੱਧੂ ਜਿਹੜਾ ਉਹ ਵੀ ਬਹੁਤ ਪਿੱਛੇ ਸੀ ਜਿਹਦੇ ਪੱਖ 'ਚ। ਜੇ ਤੁਸੀਂ ਐਮਐਲਏ ਤੋਂ ਪੁੱਛਦੇ ਹੋ ਤਾਂ ਫਿਰ ਉਹਨੂੰ ਉਹਨਾਂ ਦੇ ਥਰੂ ਕਰਦੇ ਤੇ ਠੀਕ ਹੈ, ਉਹ ਅਲੱਗ ਕੈਲਕੂਲੇਸ਼ਨਾਂ ਨਾਲ ਤੁਸੀਂ ਬਣਾਉਂਦੇ ਹੋ। ਕਿਉਂਕਿ ਜਦੋਂ ਅਧਿਕਾਰ ਹਾਈ ਕਮਾਂਡ ਨੂੰ ਦੇਤੇ, ਟੈਲੀਫੋਨ ਉੱਪਰ ਆਉ ਕੰਜਾਂ ਦੇ ਢੋਲ ਵੱਜਦੇ ਹਟ ਗਏ ਤੇ ਉੱਪਰ ਸੀਗਾ ਕੰਮ ਤੇ ਹੇਠੋਂ ਨਹੀਂ। ਜਮਹੂਰੀਅਤ ਉੱਪਰੋਂ ਨਹੀਂ ਚੱਲਦੀ, ਜਮਹੂਰੀਅਤ ਹੇਠੋਂ ਚੱਲਣੀ ਚਾਹੀਦੀ ਹੈ। ਉਹਦੇ ਲਈ ਕਾਨੂੰਨੀ ਬਾਈਂਡਿੰਗ ਵੀ ਹੋਣੀ ਚਾਹੀਦੀ ਹੈ ਤੇ ਲੋਕਾਂ ਦਾ ਲੈਵਲ ਵੀ ਹੋਣਾ ਚਾਹੀਦਾ। ਪਾਰਟੀਆਂ ਦੇ ਅੰਦਰ ਵੀ ਪਾਰਟੀ ਪ੍ਰਧਾਨਾਂ ਨੂੰ ਵੀ ਵਾਪਸ ਬੁਲਾਉਣ ਦਾ ਹੱਕ ਹੋਣਾ ਚਾਹੀਦਾ। ਔਰ ਜੇ ਪਾਰਟੀ ਪ੍ਰਧਾਨ ਜਿੰਨਾ ਮਰਜ਼ੀ ਚੱਲੀ ਜਾਂਦਾ, ਉਹਨੂੰ ਸਭ ਕੁਝ ਹੱਕ ਨੇ, ਉਹ ਉੱਪਰ ਹੈ ਤੇ ਬਾਕੀ ਦੇ ਲੋਕਾਂ ਨੂੰ ਜਮਹੂਰੀਅਤ 'ਚ ਹੱਕ ਨਹੀਂ। ਇਹ ਵੀ ਇੱਕ ਡੈਮੋਕ੍ਰੇਸੀ ਦਾ ਬੜਾ ਵੱਡਾ ਅਸੂਲ ਹੈ। ਇਹ ਚਾਪਲੂਸ ਕਲਚਰ ਪੈਦਾ ਕਰਦਾ। ਸਭ ਤੋਂ ਬੜਾ ਗੱਲ ਇਹ ਹੈ, ਇਹ ਇੰਡੀਪੈਂਡੈਂਟ ਸੋਚ ਵਾਲੇ, ਆਜ਼ਾਦ ਸੋਚ ਵਾਲੇ ਇਨਸਾਨ ਤੇ ਕਾਰਕੁਨ ਪੈਦਾ ਨਹੀਂ ਕਰਦਾ। ਹੁਣ ਜਿਹੜੀ ਸਾਡੀ ਜਮਹੂਰੀਅਤ ਦਾ ਹਾਲ ਹੈ, ਬਾਕੀ ਦੇ ਜਿਹੜੇ ਹੇਠਲੇ ਆਗੂ ਨੇ ਉਹ ਆਗੂ ਨਹੀਂ ਹੈ, ਉਹ ਪਾਰਟੀ ਪ੍ਰਧਾਨਾਂ ਦੇ ਕਰਿੰਦੇ ਨੇ। ਜੇ ਆਗੂ ਹੋਣ ਤਾਂ ਉਹਨਾਂ ਦੇ ਫੈਸਲਿਆਂ 'ਚ ਹਿੱਸੇਦਾਰੀ ਹੋਵੇ, ਫੈਸਲਿਆਂ 'ਚ ਕਿਸੇ ਦੀ ਕੋਈ ਹਿੱਸੇਦਾਰੀ। ਮੇਰਾ ਇੱਕ ਸਵਾਲ ਹੈ ਕਿ ਹੁਣ ਚੋਣਾਂ ਆਉਂਦੀਆਂ ਪਈਆਂ ਨੇ, ਐਮਐਲਏ ਤਾਂ ਲੋਕਾਂ ਨੇ ਚੁਣੇ ਵੋਟ ਪਾ ਕੇ, ਫਿਰ ਮੁੱਖ ਮੰਤਰੀ ਉਹੀ ਐਮਐਲਏ ਚੁਣਦੇ ਨੇ ਕਿ ਇਹ ਵੀ ਲੋਕਾਂ ਨੂੰ ਰਾਈਟ ਹੋਣਾ ਚਾਹੀਦਾ ਵੀ ਸਾਡਾ ਮੁੱਖ ਮੰਤਰੀ ਉਹ ਹੋਊਗਾ? ਨਹੀਂ, ਇਹ ਹੁੰਦਾ ਇਨਡਾਇਰੈਕਟ ਡੈਮੋਕ੍ਰੇਸੀ ਹੈ ਕਿ ਜਿੱਥੇ ਲੋਕਾਂ ਨੇ ਨੁਮਾਇੰਦੇ ਚੁਣਦੇ, ਫਿਰ ਨੁਮਾਇੰਦਿਆਂ ਦਾ ਇਕੱਠ ਹੁੰਦਾ, ਉਹਦੇ 'ਚੋਂ ਕੋਈ ਬੰਦਾ ਚੁਣਿਆ ਜਾਂਦਾ ਹੈ ਮੁੱਖ ਮੰਤਰੀ। ਠੀਕ ਹੈ ਉਹ ਗੱਲ, ਪਰ ਸਾਡੇ ਉਵੇਂ ਨਹੀਂ ਚੁਣਿਆ ਜਾਂਦਾ। ਸਾਡੇ ਪਾਰਟੀ ਪਹਿਲਾਂ ਭੇਜਦੀ ਆ ਸਾਡਾ ਮੁੱਖ ਮੰਤਰੀ ਹੈ, ਇਹਦੇ ਨਾਲ ਜੋੜੇ ਹੋਏ ਆ ਤੁਹਾਡੇ ਐਮਐਲਏ ਨੇ। ਜਿਹੜੇ ਬੰਦੇ ਐਮਐਲਏ ਚੁਣੇਗੇ ਜਾਂ ਲੋਕਾਂ ਨੇ ਜਿਹਨੂੰ ਐਮਐਲਏ ਨੂੰ ਚੁਣਿਆ, ਉਹਨਾਂ ਨੂੰ ਥੋੜ੍ਹੀ ਪਤਾ ਕੁਛ ਵੀ ਕਿਹਦਾ ਬਣਾਇਆ। ਤੁਸੀਂ ਤਾਂ ਪਹਿਲਾਂ ਹੀ ਭੇਜਤਾ। ਇਹ ਕਿਹੜੀ ਡੈਮੋਕ੍ਰੇਸੀ ਹੈ? ਬਲਕਿ ਮੈਨੂੰ ਇਹ ਲੱਗਦਾ ਸਗੋਂ ਇਹਨੂੰ ਹੋਰ ਡੈਮੋਕ੍ਰੈਟਿਕ ਬਣਾਉਣ ਦੇ ਲਈ ਤਾਂ ਜੇ ਵਿਪ ਸਿਸਟਮ ਨਾ ਹੋਵੇ, ਜਿਨ੍ਹਾਂ ਤੋਂ ਅਸੀਂ ਉਧਾਰਾ ਲਿਆ ਉੱਥੇ ਕਿਤੇ ਵਿਪ ਨਹੀਂ ਹੈ। ਵਿਪ ਅਸੀਂ ਜਾਰੀ ਕੀਤਾ ਹੋਇਆ, ਜਿਹਨਾਂ ਤੋਂ ਸੰਵਿਧਾਨ ਜਾਏ ਸਿਸਟਮ ਉਧਾਰਾ ਲਿਆ। ਉਹਦੇ 'ਚ ਕੀ ਹੈ ਕਿ ਅਸੈਂਬਲੀ ਦੇ ਵਿੱਚ ਸਾਰੇ ਬੰਦੇ ਮਿਲ ਕੇ ਵੋਟ ਪਾਓ। ਕਈ ਵਾਰ ਕੰਸੈਂਸਸ ਬੇਸਡ ਕੋਈ ਚੀਫ ਮਿਨਿਸਟਰ ਹੋਰ ਵੀ ਬਣ ਸਕਦਾ, ਜ਼ਰੂਰੀ ਥੋੜ੍ਹੀ ਇੱਕ ਪਾਰਟੀ ਦਾ ਬਣੇ। ਮੰਨ ਲਓ ਜੇ 117 ਨੇ, 117 ਤੋਂ ਵੋਟਿੰਗ ਕਰਾਓ, ਵਿਪ ਹੈ ਨਹੀਂ, ਹੋ ਸਕਦਾ ਜਿਹੜਾ ਜ਼ਿਆਦਾ ਜੈਨੂਅਨ ਬੰਦਾ ਹੋਵੇ ਕ੍ਰਾਸ ਵੋਟਿੰਗ ਹੋ ਕੇ ਉਹਨੂੰ ਜ਼ਿਆਦਾ ਵੋਟਾਂ ਪੈ ਕੇ ਚੀਫ ਮਿਨਿਸਟਰ ਚੱਲ ਜੇ, ਤਾਂ ਪਾਰਟੀ ਕਿਉਂ ਚਲਾਵੇ? ਕੀ ਸਾਨੂੰ ਇਹੋ ਜਿਹਾ ਪਾਰਟੀ ਲੈਡ ਸਿਸਟਮ ਹੀ ਚਾਹੀਦਾ ਜਾਂ ਪਾਰਟੀ ਲੈਡ ਸਿਸਟਮ ਤੋਂ ਡੈਮੋਕ੍ਰੇਸੀ ਥੋੜ੍ਹੀ ਜਿਹੀ ਮੋਕਲੀ ਹੋਣੀ ਚਾਹੀਦੀ ਹੈ? ਇਹ ਵੱਡਾ ਸਵਾਲ ਵੀ ਹੈ ਜੇ ਡਿਸਕਸ ਕਰਨਾ ਸੀ ਆਉਣ ਵਾਲੇ ਸਮੇਂ ਦੇ ਵਿੱਚ। ਅੱਛਾ, ਵੈਸੇ ਕਾਕੇ ਸਵਾਲ ਹੈ, ਮੇਰਾ ਸਵਾਲ ਇੱਕ ਪਿਛਲਾ ਰਹਿ ਗਿਆ। 60 ਜਾਂ 58 ਸਾਲ ਦੀ ਉਮਰ ਵਿੱਚ ਜਾ ਕੇ ਇੱਕ ਸਰਕਾਰੀ ਮੁਲਾਜ਼ਮ ਰਿਟਾਇਰ ਹੋ ਜਾਂਦਾ ਹੈ, ਸਿਆਸਤਦਾਨ ਰਿਟਾਇਰਮੈਂਟ ਕਿਉਂ ਨਹੀਂ ਲੈਂਦੇ? 90 ਸਾਲ 80 ਸਾਲ ਤੱਕ ਚੋਣਾਂ ਲੜਦੇ ਨੇ। ਕਿਹਾ ਜਾਂਦਾ ਵੀ 58 ਸਾਲ ਤੋਂ ਬਾਅਦ ਵਿਅਕਤੀ ਕੰਮ ਨਹੀਂ ਕਰ ਸਕਦਾ ਸਰਕਾਰੀ ਸਿਸਟਮ ਦੇ ਵਿੱਚ, ਉਹ ਉਸਦੀ ਸਿਹਤ ਨੂੰ ਲੈ ਕੇ ਜਾਂ ਹੋਰ ਹਵਾਲੇ ਦਿੱਤੇ ਜਾਂਦੇ ਨੇ। ਫਿਰ ਇੱਕ ਲੀਡਰ ਹੀ ਕਿਉਂ? ਕਿ ਲੀਡਰ ਵਾਕਈ ਕੰਮ ਕਰ ਸਕਦਾ 60 ਸਾਲ ਦੀ ਉਮਰ ਤੋਂ ਬਾਅਦ? ਨਹੀਂ, ਮੈਨੂੰ ਇਹ ਲੱਗਦਾ ਕਿ ਲੀਡਰ ਤੇ ਜੇਕਰ ਜਿਹੜੇ ਪਹਿਲਾਂ ਵਾਲੇ ਸੁਧਾਰਾਂ ਦੀ ਆਪਾਂ ਗੱਲ ਕੀਤੀ ਆ, ਵਾਪਸ ਬੁਲਾਉਣ ਦੀ, 2 ਟਰਮਾਂ ਤੋਂ ਵੱਧ ਦੀ ਪਾਬੰਦੀ ਲਾ ਦਿਓ ਤੇ ਆਟੋਮੈਟਿਕਲੀ ਇਹ ਚੀਜ਼ਾਂ ਹੱਲ ਹੋ ਜਾਣਗੀਆਂ। ਇਹਦੀ ਲੋੜ ਹੀ ਨਹੀਂ ਪਏਗੀ ਉਮਰ ਦੀ। ਜਿਹੜਾ ਬੰਦਾ ਜੰਗ ਏਜ 'ਚ 2 ਵਾਰ ਬਣ ਗਿਆ, ਚੀਫ ਮਿਨਿਸਟਰ ਬਣ ਗਿਆ, ਐਮਐਲਏ ਬਣ ਗਿਆ, ਐਮਪੀ ਬਣ ਗਿਆ, ਮੰਤਰੀ ਬਣ ਗਿਆ, 2 ਉਸ ਤੋਂ ਬਾਅਦ ਜੇ ਉਹਨੂੰ ਲੋੜ ਨਹੀਂ ਉਹ ਸਮਾਜ ਦਾ ਜਾਂ ਪਾਰਟੀ ਦਾ ਹੋਰ ਕੰਮ ਕਰੇ, ਤਾਂ ਇਹ ਉਮਰ ਵਾਲਾ ਮਾਮਲਾ ਲਾਗੂ ਹੀ ਨਹੀਂ ਰਹਿਣਾ ਉਹਦੇ।
ਆਟੋਮੈਟਿਕਲੀ ਹਟ ਜੂਗਾ, ਉਮਰ ਦੀ ਲੋੜ ਹੀ ਨਹੀਂ ਪਏਗੀ ਫਿਰ। ਇਸ ਕਰਕੇ ਸਭ ਤੋਂ ਬੜੀ ਗੱਲ ਇਹਨੂੰ ਪੈਕੇਜ 'ਚ ਲੈਣ ਦੀ ਲੋੜ ਹੈ। ਐ ਨਹੀਂ ਵੀ ਇੱਕ ਕਰ ਲਿਆ ਦੂਜਾ ਛੱਡਤਾ, ਇੱਕ ਕਰ ਲਿਆ ਦੂਜਾ ਛੱਡਤਾ, ਫਿਰ ਨਹੀਂ ਇਹ ਕੰਮ ਉਸ ਪੱਧਰ ਦੇ ਉੱਤੇ ਚੱਲੇਗਾ। ਔਰ ਇਹਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ, ਮੈਨੂੰ ਇਹ ਲੱਗਦਾ ਕਿ ਸਾਡੀ ਡੈਮੋਕ੍ਰੇਸੀ ਦੇ ਵਿੱਚ ਜੇ ਤੁਸੀਂ ਲਗਾਤਾਰ ਦੇਖਦੇ ਹੋ ਨਾ, ਜਿਹੜੀ ਛੋਟੀਆਂ ਪਾਰਟੀਆਂ, ਘੱਟ ਪੈਸੇ ਵਾਲੀਆਂ ਪਾਰਟੀਆਂ ਜਾਂ ਵਿਅਕਤੀ ਜਾਂ ਬੌਧਿਕ ਤੌਰ ਤੇ ਚਾਹੇ ਇੰਟੈਲੀਜੈਂਟ ਬੰਦੇ ਹੋਣ, ਜੇ ਪਦਾਰਥਕ ਉਹਦੇ ਕੋਲ ਨਹੀਂ, ਉਹਨਾਂ ਦਾ ਚੁਣੇ ਜਾਣਾ ਬੰਦ ਹੋ ਗਿਆ ਲਗਭਗ, ਹੌਲੀ ਹੌਲੀ ਕਰਦੇ ਕਰਦੇ ਉਹ ਬੰਦ ਹੋ ਗਿਆ। ਇਸੇ ਕਰਕੇ ਹੁਣ ਸਿਆਸਤ ਕਿੱਧਰ ਜਾ ਰਹੀ ਹੈ? ਸਿਆਸਤ ਸਿਆਸੀ ਬੰਦਾ ਨਹੀਂ ਕਰ ਰਿਹਾ, ਹੁਣ ਉਹ ਮੈਨੇਜਮੈਂਟ ਹੋ ਗਈ ਹੈ। ਹੁਣ ਪ੍ਰਸ਼ਾਂਤ ਕਿਸ਼ੋਰ ਆਉਂਦਾ ਜਾਂ ਪ੍ਰਸ਼ਾਂਤ ਕਿਸ਼ੋਰ ਦਾ ਭਾਈ ਆਉਂਦਾ, ਮੈਨੇਜ ਕਰਕੇ ਕਿੰਨਾ ਪੈਸਾ, ਕਿਹੋ ਜਿਹੀ ਜੁਮਲੇਬਾਜ਼ੀ, ਕਿਸ ਤਰੀਕੇ ਨਾਲ ਵੋਟਾਂ ਲੈਣੀਆਂ ਨੇ, ਕਿਵੇਂ ਮੀਡੀਆ ਮੈਨੇਜ ਕਰਨਾ ਹੈ, ਕਿਵੇਂ IT ਸੈੱਲ ਚਲਾਉਣੇ ਨੇ, ਲੋਕਾਂ ਦਾ ਮਨ ਕੈਪਚਰ ਕਿਵੇਂ ਕਰਨਾ ਹੈ, ਹੁਣ ਇਹਨੂੰ ਮੈਨੇਜਮੈਂਟ ਬਣਾਤਾ। ਜੇ ਮਨੁੱਖੀ ਸੈਟਅਪ ਜਿਹੜਾ ਹੈ ਜਮਹੂਰੀਅਤ ਦਾ ਉਹ ਮੈਨੇਜਮੈਂਟ ਬਣ ਜਾਏਗਾ ਕੇਵਲ, ਤਾਂ ਜਮਹੂਰੀਅਤ ਬਚੂਗੀ ਕਿਵੇਂ? ਤਾਂ ਉਹਨਾਂ ਦੀ ਲੋੜ ਕਿਵੇਂ ਰਹੂਗੀ? ਤਾਂ ਕਾਮਿਆਂ ਦੀ ਲੋੜ, ਕਾਰਕੁਨਾਂ ਦੀ ਕਿੱਥੇ ਪੈ ਜਾਊਗੀ? ਲੋੜ ਹੀ ਨਹੀਂ ਹੈ। ਇਸ ਨੂੰ ਬੜਾ ਸੀਰੀਅਸਲੀ ਸੋਚਣ ਵਾਲਾ ਜਿੱਦਾਂ ਸਾਡੀ ਦੇਸ਼ ਦੀ ਪੋਲਿਟਿਕਸ ਜਾ ਰਹੀ ਹੈ। ਜਿਹਦੇ ਤੇ ਜੇ ਮਤਲਬ ਡਿਸਕਸ਼ਨ ਨਹੀਂ ਹੁੰਦੀ, ਚਰਚਾ ਨਹੀਂ ਹੁੰਦੀ, ਚੋਣ ਸੁਧਾਰ ਜੇ ਮੁੱਦਾ ਨਹੀਂ ਬਣਦੇ, ਜਿਹੜੇ ਤਬਦੀਲੀ ਲਈ ਵੀ ਚੱਲੇ ਹੋਏ ਸੱਜਣ ਨੇ, ਉਹ ਤਬਦੀਲੀ ਲਈ ਗੇਮ ਦੇ ਰੂਲ ਜੇਕਰ ਬਦਲਣ ਦੀ ਗੱਲ ਨਹੀਂ ਹੁੰਦੀ। ਮੈਂ ਪਹਿਲਾਂ ਵੀ ਆਪਾਂ ਜਦੋਂ ਗੱਲ ਕਰ ਰਹੇ ਗੇਮ ਦੇ ਰੂਲ ਦਾ ਸਵਾਲ ਹੈ, ਔਰ ਗੇਮ ਇਹ ਹੈ ਕਿ ਜਿਹੜੀ ਗੱਦਿਆਂ ਤੇ ਖੇਡੀ ਜਾਣ ਵਾਲੀ ਕੁਸ਼ਤੀ ਤੇ ਮਿੱਟੀ 'ਚ ਖੇਡੀ ਜਾਣ ਵਾਲੀ ਕੁਸ਼ਤੀ 'ਚ ਫਰਕ ਹੈ। ਗੱਦਿਆਂ ਵਾਲੀ ਤੇ ਗਰੀਬ ਆਦਮੀ ਹਾਰ ਜਾਂਦੇ ਨੇ, ਉਹਨਾਂ ਨੂੰ ਗੱਦਿਆਂ ਵਾਲੇ ਨਹੀਂ ਮਿਲਦੇ ਮੈਦਾਨ ਬਹੁਤੀ ਵਾਰੀ। ਐਸਟ੍ਰੋਟਰੈਪ ਤੇ ਖੇਡੀ ਜਾਣ ਵਾਲੀ ਹਾਕੀ ਤੇ ਮੈਦਾਨ 'ਚ ਦੂਜੇ 'ਚ ਖੇਡੀ ਜਾਣ ਵਾਲੀ ਹਾਕੀ 'ਚ ਫਰਕ ਹੈ। ਗਰੀਬ ਮੁਲਕ ਉਹ 'ਚ ਹਾਰਨਾ ਸ਼ੁਰੂ ਕਰ ਦਿੰਦੇ ਨੇ ਕਿਉਂਕਿ ਉਹਨਾਂ ਨਹੀਂ ਤੁਹਾਡੇ ਕੋਲ ਹੁੰਦਾ। ਇਸੇ ਤਰ੍ਹਾਂ ਚੋਣ ਪ੍ਰਣਾਲੀ ਦੇ ਵਿੱਚ ਜਿਹੜਾ ਨਿਯਮ ਖੇਡ ਦਾ ਬਣਾਇਆ ਹੋਇਆ, ਇਹ 'ਚ ਗਰੀਬ ਆਦਮੀ, ਛੋਟੀਆਂ ਧਿਰਾਂ, ਸਭ ਜਿਵੇਂ ਮੇਲੇ 'ਚ ਚੱਕੀ ਰੌਣੇ ਨੂੰ ਕੋਈ ਨਹੀਂ ਪੁੱਛਦਾ, ਤੇ ਉਹਨਾਂ ਦੇ ਵਿੱਚ ਅਖਬਾਰ ਖਰੀਦੇ ਜਾਂਦੇ ਨੇ, ਉਹਦੇ 'ਚ ਮੀਡੀਆ ਖਰੀਦਿਆ ਜਾਂਦਾ, ਉਹਦੇ 'ਚ ਜਿੰਨਾ ਪੈਸਾ ਇਨਵੈਸਟ ਹੁੰਦਾ ਉਹ ਹੁੰਦਾ, ਦੂਜੇ ਦੀ ਗੱਲ ਹੀ ਹੋਣੀ ਬੰਦ ਹੋ ਜਾਂਦੀ ਹੈ। ਤਾਂ ਇਹੋ ਜਿਹੇ 'ਚ ਕੋਈ ਵਾਜਬ ਤਰੀਕੇ ਦੀਆਂ ਪਾਰਟੀਆਂ, ਵਾਜਬ ਕਿਸਮ ਦੇ ਉਮੀਦਵਾਰ, ਜਿਨ੍ਹਾਂ ਦੇ ਭਵਿੱਖ 'ਚ ਉਮੀਦ ਹੋਵੇ, ਉਹਨਾਂ ਦੇ ਚੁਣੇ ਜਾਣ ਦੀ ਸੰਭਾਵਨਾ ਲਗਾਤਾਰ ਘਟਦੀ ਜਾ ਰਹੀ ਹੈ। ਤੇ ਸਾਰੀ ਗੱਲ ਆਪਾਂ ਸੁਣੀਏ। ਸਾਡੇ ਨਾਲ ਮੌਜੂਦ ਸਨ ਸੀਨੀਅਰ ਪੱਤਰਕਾਰ ਹਮੀਦ ਸਿੰਘ। ਇੰਟਰੋ ਕਰਨ ਦਾ ਮਕਸਦ ਸੀ ਚੋਣਾਂ ਦੀ ਸੁਧਾਰ ਨੂੰ ਲੈ ਕੇ ਵੀ ਜਿਹੜੇ ਆਮ ਵਿਅਕਤੀ ਨੇ ਚੋਣਾਂ ਵਿੱਚ ਕਿਉਂ ਨਹੀਂ ਆਉਂਦੇ, ਕਿ ਵਾਕਈ ਪੈਸੇ ਜਾਂ ਗੁੰਡਾਗਰਦੀ ਦੀ ਇੰਨਾ ਦਬਦਬਾ ਹੋ ਗਿਆ ਕਿ ਕੋਈ ਵੀ ਲੀਡਰ ਸੋਚ ਲੈਂਦਾ ਹੈ ਕਿ ਮੈਂ ਤਾਂ ਚੋਣਾਂ ਜਿੱਤ ਜੂੰਗਾ, ਮੇਰੇ ਕੋਲ ਪਾਵਰ ਹੈ, ਮੇਰੇ ਕੋਲ ਪੈਸਾ, ਮੇਰੇ ਕੋਲ ਗੁੰਡਾਗਰਦੀ ਹੈ। ਕਦੇ ਕਦੇ ਚਰਚਾ ਆ ਜਾਂਦੀ ਪੈਸੇ ਦਿੰਦੇ ਵੀ ਨੇ ਵੋਟਰਾਂ ਨੂੰ, ਇਹ ਵੀ ਚਰਚਾ ਛੜੀ ਹੁੰਦੀ ਹੈ। ਪਰ ਹੱਲੇ ਵੀ ਚੋਣ ਸੁਧਾਰਾਂ ਵਿੱਚ ਲਗਾਤਾਰ ਨੋਟੀਫਿਕੇਸ਼ਨ ਹੁੰਦੀਆਂ ਨੇ, ਪਰ ਉਸ ਤਰੀਕੇ ਨਾਲ ਲਾਗੂ ਨਹੀਂ ਕੀਤੀਆਂ ਜਾਂਦੀਆਂ। ਪਰ ਉਹਨੇ ਲੋਕਾਂ ਨੂੰ ਸ਼ੁਰੂਆਤ ਕਰਨੀ ਪੈਣੀ ਹੈ। ਜਦੋਂ ਤੁਸੀਂ ਆਪਦਾ ਚੁਣੇ ਹੋਏ ਨੁਮਾਇੰਦੇ ਕੋਲ ਸਵਾਲ ਕਰੋਗੇ, ਜਾ ਕੇ ਪੁੱਛੋਗੇ, ਜਦੋਂ ਨੂੰ ਗੱਲਬਾਤ ਕਰੋਗੇ ਤੁਸੀਂ ਸਾਡੇ ਲਈ ਕੀਤਾ ਕੀ ਹੈ, ਉਸ ਤੋਂ ਬਾਅਦ ਲੱਗਦਾ ਕਿਤੇ ਨਾ ਕਿਤੇ ਇੱਕ ਨਵੀਂ ਜਾਗ ਲੱਗ ਸਕਦੀ ਹੈ।